की फतेह। शहीदां दे सरताज सिपंजवें अर्जन देव गुरु, तती तवी दे उपर बैठे अर्जन देव गुरु, तती तवी दे उपर बैठे अर्जन देव गुरु। तीर दा शीश दे विच पाउणा पैंदा है, जब वे शहीद नी हुंदे शहीद
सानू पढ़न सुनन ਜਾਂ ਦਰਸ਼ਨ ਕਰਨ ਲਈ ਕਹਿ ਲਈਏ ਕਿ ਮਿਲੇ। ਕੇਵਲ ਜੰਗਾਂ ਯੁੱਧਾਂ ਦੇ ਵਿੱਚ ਹੀ ਉਹਨਾਂ ਨੇ ਮੁਹਾਰਤ ਹਾਸਲ ਨਹੀਂ ਕੀਤੀ। ਕੇਵਲ ਰਣਨੀਤੀ ਤਿਆਰ ਕਰਨ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕ ਵਧੀਆ ਸੈਨਾਪਤੀ ਦੇ ਤੌਰ ਤੇ ਹੀ ਨਹੀਂ ਵਿਚਰਦੇ। ਉਹਨਾਂ ਦੇ ਗੁਣਾਂ ਦੀ ਬੱਚੇ ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹ ਰਹੇ ਸੀ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਸ਼ਾਹੀ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਸਤਤ ਦੇ ਵਿੱਚ ਹੀ 200 ਦੇ ਕਰੀਬ ਇਹ ਤੁਕਾਂ ਉਚਾਰਨ ਕੀਤੀਆਂ, ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਦੁਨੀਆ ਦਾ ਕੋਈ ਇਹੋ ਜਿਹਾ ਗੁਣ ਸ਼ਾਇਦ ਹੀ ਹੋਵੇਗਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿੱਚੋਂ ਸਾਨੂੰ ਦੇਖਣ ਦੇ ਵਿੱਚ ਨਾ ਮਿਲਦਾ। ਇਹੋ ਜਿਹਾ ਕੋਈ ਗੁਣ ਹੈ। ਖੈਰ, ਆਪਾਂ ਨੇ ਇਸ ਹਫ਼ਤੇ ਦੇ ਇਤਿਹਾਸ ਦੀ ਸਾਂਝ ਪਾਉਣੀ ਹੈ। ਬੱਚਿਆਂ ਨੇ ਤੁਹਾਡੇ ਨਾਲ ਅੱਜ ਦੇ ਦਿਨ ਨਾਲ ਸੰਬੰਧਿਤ ਸਰਸਾ ਦੀ ਨਦੀ ਦੇ ਕੰਢੇ ਤੇ ਜੋ ਜੰਗ ਹੁੰਦੀ ਹੈ, ਕਿਸ ਤਰ੍ਹਾਂ ਬੱਚਿਆਂ ਦਾ, ਛੋਟੇ ਛੋਟੇ ਬੱਚਿਆਂ ਦਾ ਮਾਤਾ ਗੁਜਰੀ ਜੀ ਦੇ ਨਾਲ ਗੰਗੂ ਦੇ ਪਿੰਡ ਨੂੰ ਜਾਣਾ ਅਤੇ ਵੱਡੇ ਸਾਹਿਬਜ਼ਾਦਿਆਂ ਦਾ ਗੁਰੂ ਸਾਹਿਬ ਜੀ ਦੇ ਨਾਲ ਸਰਸਾ ਨੂੰ ਪਾਰ ਕਰਕੇ ਬਾਕੀ 40 ਸਿੰਘਾਂ ਦੇ ਨਾਲ ਚਮਕੌਰ ਦੇ ਕੱਚੀ ਗੜੀ ਵੱਲ ਨੂੰ ਚਾਲੇ ਪਾਉਣੇ ਅਤੇ ਭਾਈ ਮਣੀ ਸਿੰਘ ਜੀ ਦੇ ਨਾਲ ਗੁਰੂ ਕੇ ਮਹਿਲਾਂ ਦਾ ਦਿੱਲੀ ਵੱਲ ਨੂੰ ਜਾਣਾ। ਇਹ ਇਤਿਹਾਸ ਬੱਚਿਆਂ ਨੇ ਆਪਣੀ ਕਵਿਤਾ ਦੇ ਰਾਹੀਂ ਸਾਂਝੀ ਕਰਨੀ ਹੈ। ਉਸ ਤੋਂ ਬਾਅਦ ਭਾਈ ਸ਼ਮਸ਼ੇਰ ਸਿੰਘ ਜੀ ਪਹੁੰਚ ਰਹੇ ਨੇ। ਮੇਰੀ ਫਿਰ ਤੋਂ ਬੇਨਤੀ ਹੈ ਸੰਗਤ ਨੂੰ, ਜਿਹੜੇ ਅਜੇ ਤੱਕ ਗੁਰਦੁਆਰੇ ਨਹੀਂ ਪਹੁੰਚੇ, ਘਰਾਂ ਦੇ ਵਿੱਚ ਬੈਠੇ ਹੋਏ ਹੈ, ਆਪਾਂ ਨੇ 7 ਕੁ ਦਿਨ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਤੱਕਣ ਦੀ ਕੋਸ਼ਿਸ਼ ਕਰਨੀ। ਆਪਾਂ ਇੱਥੇ ਆਪਣੇ ਪਿੰਡ ਦੇ ਵਿੱਚ ਬੈਠਿਆਂ ਹੋਇਆ ਹੀ ਸਰਹੰਦ ਦੇ ਚਮਕੌਰ ਦੇ ਉਸ ਠੰਡੇ ਬੁਰਜ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਇਸ ਕਰਕੇ 7 ਕੁ ਦਿਨ ਸਾਡੇ ਲਈ ਇਹ 2 ਘੰਟੇ ਕੱਢਣੇ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਔਖੇ ਹੈ। ਸੋ ਕੋਸ਼ਿਸ਼ ਕਰੀਏ ਸਾਰੇ ਹੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਬਾਰ ਸਾਹਿਬ ਦੇ ਅੰਦਰ ਆ ਕੇ ਸੱਜਣ ਦੀ ਕਿਰਪਾਲਤਾ ਕਰੀਏ, ਤਾਂ ਕਿ ਆਪਾਂ ਸਾਰੇ ਹੀ ਇਤਿਹਾਸ ਤੋਂ ਜਾਣੂ ਹੋ ਸਕੀਏ ਅਤੇ ਸਾਹਿਬਜ਼ਾਦਿਆਂ ਦੇ ਨਾਲ ਇਹ ਸ਼ਹਾਦਤ ਦਾ ਸਫ਼ਰ ਜਿਹੜਾ ਹੈ, ਕੁਝ ਕਦਮ ਉਹਨਾਂ ਨਾਲ ਚੱਲਣ ਦੀ ਕੋਸ਼ਿਸ਼ ਕਰ ਸਕੀਏ, ਦਰਸ਼ਨ ਕਰ ਸਕੀਏ ਉਹਨਾਂ ਦੇ, ਕਿਸ ਤਰ੍ਹਾਂ ਉਹ ਚੱਲਦੇ ਹੈ, ਕਿਸ ਤਰ੍ਹਾਂ ਉਹ ਖੜਦੇ ਹੈ, ਕਿਸ ਤਰ੍ਹਾਂ ਉਹ ਕਰਦੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੜਪੁਰੀ ਆਨੰਦਾਂ ਨੂੰ ਐਸੀ ਤੁਰ ਪਏ ਸਤਿਗੁਰ ਮੇਰੇ, ਪਿਛਵਾ ਮੁਗਲਾਂ ਨੇ ਪਾਲੇ ਸਿੱਖ ਫੌਜ ਨੂੰ ਘੇਰੇ, ਪਿਛਵਾ ਮੁਗਲਾਂ ਨੇ ਪਾਲੇ ਸਿੱਖ ਫੌਜ ਨੂੰ ਘੇਰੇ। ਜੀ ਮੁਗਲ ਹਕੂਮਤ ਨੇ ਐਸੀਆਂ ਨੇ ਮਾਰਿਆ ਲੋੜਾ, ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ, ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ। ਕਰ ਹੱਲਾ ਦਿੱਤਾ ਸੀ ਵੈਰੀ ਕੁੱਲ ਖਾਦੀਆਂ ਕਸਮਾਂ, ਵੈਰੀ ਕਹੇ ਕਿ ਫੜਨਾ ਹੈ ਜਿਹੜਾ ਸਿੱਖਾਂ ਦਾ ਗੁਰ ਦਸਵਾਂ, ਵੈਰੀ ਕਹੇ ਕਿ ਫੜਨਾ ਹੈ ਜਿਹੜਾ ਸਿੱਖਾਂ ਦਾ ਗੁਰ ਦਸਵਾਂ। ਜੋ ਬਣਿਆ ਫਿਰਦਾ ਹੈ ਸਾਡੇ ਵਿੱਚ ਵੱਜਦੇ ਰੋੜਾ, ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ, ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ। ਠੰਡ ਪੈਂਦੀ ਤੈਰਾਂ ਦੀ ਉੱਤੋਂ ਹੈ ਸੀ ਪੋ ਮਹੀਨਾ, ਚੱਖੜ
ਚੱਖੜ ਤੇ ਬਾਰਸੀ ਲੰਘਦੀ ਹਵਾ ਚਿਰਦੀ ਸੀਨਾ ਚੱਖੜ ਤੇ ਬਾਰਸੀ ਲੰਘਦੀ ਹਵਾ ਚਿਰਦੀ ਸੀਨਾ ਉੱਡ ਸੁੱਟੇ ਰੁੱਖਾਂ ਨੂੰ ਹੈ ਸੀ ਝੱਖੜ ਮਾਰ ਮਰੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਭ ਕੌਰ ਤੇ ਮਾਂ ਸੁੰਦਰੀ ਕਰ ਲਈ ਦਿੱਲੀ ਵੱਲ ਤਿਆਰੀ ਮਣੀ ਸਿੰਘ ਨੂੰ ਦੋਨਾਂ ਦੀ ਸਤਿਗੁਰੂ ਸੌਂਪੀ ਜ਼ਿੰਮੇਵਾਰੀ ਮਣੀ ਸਿੰਘ ਨੂੰ ਦੋਨਾਂ ਦੀ ਸਤਿਗੁਰੂ ਸੌਂਪੀ ਜ਼ਿੰਮੇਵਾਰੀ ਨਾ ਡਰਦਾ ਗੁਰੂ ਦਸਵਾਂ ਨਾ ਹੀ ਡਰਦੇ ਸਿੰਘ ਸਿਪੋਰਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਬੈ ਸਰਸਾ ਕੰਢੇ ਸੀ ਨਿਤਨੇਮ ਗੁਰਾਂ ਨੇ ਕਰਿਆ ਲੱਖਾਂ ਹੀ ਫੌਜਾਂ ਲੈ ਵਿਸ਼ਵਾਨ ਵੈਰੀ ਸੀ ਚੜਿਆ ਲੱਖਾਂ ਹੀ ਫੌਜਾਂ ਲੈ ਵਿਸ਼ਵਾਨ ਵੈਰੀ ਸੀ ਚੜਿਆ ਸਤਿਗੁਰ ਦੇ ਲਾਲਾਂ ਦਾ ਇੱਥੇ ਹੋ ਗਿਆ ਜੋੜਾ ਜੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਪਰਿਵਾਰ ਸਤਿਗੁਰ ਦਾ ਦਿਆ ਸੀ ਤੇ ਨਿਸਿਆਂ ਵਿੱਚ ਵੰਡਿਆ ਲੈ 40 ਸਿੰਘਾਂ ਨੂੰ ਸਤਿਗੁਰ ਸਰਸਾ ਪਾਰ ਸੀ ਲੰਘਿਆ ਲੈ 40 ਸਿੰਘਾਂ ਨੂੰ ਸਤਿਗੁਰ ਸਰਸਾ ਪਾਰ ਸੀ ਲੰਘਿਆ ਪੈਦਲ ਹੀ ਜਾ ਰਹੇ ਨੇ ਅੱਜ ਕੋਲਣੀ ਨੀਲਾ ਕੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਪਰ ਸਤਿਗੁਰ ਜਾ ਰਹੇ ਨੇ ਆਪਰ ਅਕਾਲ ਪੁਰਖ ਸਹਾਰੇ ਪਰ ਸਤਿਗੁਰ ਜਾ ਰਹੇ ਨੇ ਆਪਰ ਅਕਾਲ ਪੁਰਖ ਸਹਾਰੇ ਹੈ ਜਿਉਂਦਾ ਫੜ ਲੈਣਾ ਅੱਜ ਕੋਲਣੀ ਨੀਲਾ ਕੋੜਾ ਹੈ ਜਿਉਂਦਾ ਫੜ ਲੈਣਾ ਫੇਰ ਮੁਗਲ ਹੈ ਫੌਜ ਢੰਡੋਰਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਵਿਛੜੇ ਲਾਲ ਬਰਾਂ ਦੇ ਚਾਰੇ ਜਦੋਂ ਦਰਸ਼ਨ ਕਰੀਏ ਜੀ ਝੁਕਦਾ ਸਿਰ ਹੈ ਆਪ ਮੁਹਾਰੇ ਜਦੋਂ ਦਰਸ਼ਨ ਕਰੀਏ ਜੀ ਝੁਕਦਾ ਸਿਰ ਹੈ ਆਪ ਮੁਹਾਰੇ ਗੁਰਦੁਆਰਾ ਬਣਿਆ ਹੈ ਜਿੱਥੇ ਹੈ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਤਿਗੁਰ ਦੇ ਲਾਲਾਂ ਨੇ ਕਿੱਦਾਂ ਹੱਸਦੀ ਨੂੰ ਪਾਇਆ ਕਾਬਲ ਸਿੰਘ ਲਿਖ ਕੇ ਤੇ ਸੰਗਤਾਂ ਵਿੱਚ ਇਤਿਹਾਸ ਸੁਣਾਇਆ ਕਾਬਲ ਸਿੰਘ ਲਿਖ ਕੇ ਤੇ ਸੰਗਤਾਂ ਵਿੱਚ ਇਤਿਹਾਸ ਸੁਣਾਇਆ ਦੋ ਤਾਰੇ ਪੌੜੀ ਤੇ ਕੋਰੜਾ ਛੰਦ ਲਿਖੇ ਤੂੰ ਜੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਸਰਸਾ ਦੇ ਕੰਢੇ ਤੇ ਪੈ ਗਿਆ ਸੀ ਪਰਿਵਾਰ ਵਿਛੋੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਅਮਲ ਰਹਿੰਦੀਆਂ ਜਗ ਤੇ ਉਹ ਕੌਮਾਂ ਵੀਰ ਜਿਨ੍ਹਾਂ ਦੇ ਘਾਲਾਂ ਘਾਲਦੇ ਨੇ ਸ਼ਨੇ ਕੋਕਰੀ ਦੇ ਫੜ ਕੇ ਪੁੱਤ ਰਿਸ਼ਤੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ ਸਤਿਗੁਰੂ ਜੀ ਦੇ ਇਸ ਮਾਨਵ ਦੇ ਇਤਿਹਾਸ ਦੀ ਵਿਚਾਰ ਕਰਦੇ ਹਾਂ। ਕੱਲ ਇੱਕ ਖਾਲਸਾ ਕਾਲਜ ਛੋਟਾ ਜਿਹਾ ਪ੍ਰੋਗਰਾਮ ਹੋ ਰਿਹਾ ਸੀ ਜਿਸ ਦੇ ਵਿੱਚ ਇੱਕ ਵੀਰ ਨੇ ਕੁਝ ਵਿਚਾਰ ਗੁਰੂ ਨਾਨਕ ਸਾਹਿਬ ਦੇ ਬਾਰੇ ਦੇਣੇ ਸਨ, ਪਰ ਉਹ ਕਹਿੰਦਾ ਕਿ ਜਦੋਂ ਮੈਂ ਲਿਖਣ ਲੱਗਿਆ ਨਾ ਤੇ ਮੇਰੀ ਕਲਮ ਜਿਹੜੀ ਹੈ ਉਹ ਰੁਕ ਗਈ। ਉਹਦਾ ਕਾਰਨ ਇਹ ਹੈ, ਉਹ ਕਹਿੰਦਾ ਕਿ ਆਪਾਂ ਗੁਰੂ ਨਾਨਕ ਸਾਹਿਬ ਦੇ ਬਾਰੇ ਬੜਾ ਕੁਝ ਲਿਖਦੇ
ਹਾਂ ਜਾਂ ਲਿਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਬਾਰੇ ਲਿਖਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਆ ਜਾਵੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਬਾਰੇ ਪੜ੍ਹਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਪੜ੍ਹਿਆ ਜਾਵੇ। ਇਹ ਬੜਾ ਜ਼ਰੂਰੀ ਹੈ। ਇਤਿਹਾਸ ਦੇ ਵਿੱਚ ਬੜਾ ਕੁਝ ਇਸ ਤਰ੍ਹਾਂ ਦਾ ਸਾਨੂੰ ਪੜ੍ਹਨ ਜਾਂ ਸੁਣਨ ਦੇ ਵਿੱਚ ਮਿਲਦਾ ਹੈ, ਜਿਹਨੂੰ ਮੰਨਣ ਤੋਂ ਕਈ ਵਾਰ ਮਨ ਜਿਹੜਾ ਹੈ ਨਾ ਉਹ ਆਗੀ ਹੋ ਜਾਂਦਾ। ਬੜਾ ਕੁਝ ਇਸ ਤਰ੍ਹਾਂ ਦਾ ਲਿਖਿਆ ਹੋਇਆ ਪੜ੍ਹਨ ਜਾਂ ਸੁਣਨ ਦੇ ਵਿੱਚ ਆਉਂਦਾ ਹੈ, ਜਿਹਨੂੰ ਮੰਨਣ ਤੋਂ ਸਾਡਾ ਦਿਮਾਗ, ਸਾਡੀ ਆਪਣੀ ਜਿਹੜੀ ਸੋਚ ਹੈ ਉਹ ਆਗਿਆ ਨਹੀਂ ਦਿੰਦੀ। ਤੇ ਇੱਕ ਇਤਿਹਾਸਕਾਰ ਨੇ ਜੋ ਕੁਝ ਲਿਖਣਾ ਹੁੰਦਾ ਹੈ ਉਹਦੀ ਆਪਣੀ ਸੋਚ ਦੀ ਸਟੈਂਡ ਤੇ ਡਿਪੈਂਡ ਹੁੰਦਾ ਹੈ। ਇਹ ਗੱਲ ਪੱਕੀ ਹੈ ਕਿ ਮੇਰੀ ਸੋਚ ਜਿੱਥੇ ਜਾ ਕੇ ਖੜਦੀ ਹੈ ਨਾ, ਮੈਂ ਕਿਸੇ ਦੇ ਵੀ ਬਾਰੇ, ਭਾਵੇਂ ਉਹ ਕੋਈ ਧਾਰਮਿਕ ਸ਼ਖਸੀਅਤ ਹੈ, ਭਾਵੇਂ ਕੋਈ ਰਾਜਨੀਤਿਕ ਨੇਤਾ ਦੇ ਬਾਰੇ ਲਿਖਣਾ, ਕੁਝ ਵੀ ਲਿਖਣਾ, ਕਿਸੇ ਦੇ ਬਾਰੇ ਵੀ ਲਿਖਣਾ, ਮੇਰੀ ਸੋਚ ਜਿੱਥੇ ਜਾ ਕੇ ਖੜਦੀ ਹੈ ਮੈਂ ਉਹਨਾਂ ਹੀ ਲਿਖ ਸਕਦਾ, ਮੈਂ ਉਸ ਤੋਂ ਅੱਗੇ ਨਹੀਂ ਲਿਖ ਸਕਦਾ, ਮੈਂ ਉਸ ਤੋਂ ਅੱਗੇ ਕੁਝ ਬੋਲ ਨਹੀਂ ਸਕਦਾ। ਜੇ ਮੈਂ ਉਸ ਤੋਂ ਅੱਗੇ ਕੁਝ ਬੋਲਦਾ ਹੈ ਜਿਸ ਨੂੰ ਖੁਦ ਪੜ੍ਹਨ ਤੋਂ ਮੇਰਾ ਮਨ ਬਾਗੀ ਹੋ ਗਿਆ ਤੇ ਉੱਥੇ ਸਪਸ਼ਟ ਹੈ ਕਿ ਮੈਂ ਆਪਣੇ ਆਪ ਦੇ ਨਾਲ ਬੜੀ ਜਗ੍ਹਾ ਤੇ ਸਮਝੌਤੇ ਕਰਕੇ ਤੇ ਫੇਰ ਲਿਖ ਜਾਂ ਬੋਲ ਰਿਹਾ, ਕਿਉਂਕਿ ਜਿੱਥੇ ਮੇਰੀ ਸੋਚ ਹੀ ਨਹੀਂ ਖੜ ਰਹੀ, ਜਿੱਥੇ ਮੇਰਾ ਆਪਣਾ ਮਨ ਹੀ ਨਹੀਂ ਜਾ ਕੇ ਖੜ ਰਿਹਾ ਕਿ ਹਾਂ ਇਹ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਹੋਇਆ, ਤੇ ਮੈਂ ਉਹ ਗੱਲਾਂ ਬੋਲਾਂ ਜਾਂ ਉਹ ਲਿਖਾਂ, ਤੇ ਇਸ ਦਾ ਭਾਵ ਇਹ ਹੁੰਦਾ ਹੈ ਕਿ ਮੈਂ ਕਿਤੇ ਨਾ ਕਿਤੇ ਆਪਣੇ ਆਪ ਦੇ ਨਾਲ ਸਮਝੌਤਾ ਕਰ ਰਿਹਾ। ਸੋ ਇਤਿਹਾਸ ਦੀ ਵਿਚਾਰ ਕਰਦੇ ਹਾਂ, ਬੜੀਆਂ ਗੱਲਾਂ ਐਸੀਆਂ ਸਾਹਮਣੇ ਆਉਂਦੀਆਂ, ਕਈ ਵਾਰ ਵੀਰਾਂ ਦੇ, ਸੰਗਤਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੇ ਬੜੇ ਖਿਆਲ ਪੈਦਾ ਹੁੰਦੇ ਰਹਿੰਦੇ ਹੈ ਕਿ ਫਲਾਨੀ ਥਾਂ ਤੇ ਇਸ ਤਰ੍ਹਾਂ ਬੋਲਿਆ ਗਿਆ ਸੀ ਤੇ ਇੱਥੇ ਉਹ ਗੱਲ ਇੰਨਾ ਕਿਉਂ ਨਹੀਂ ਬੋਲੀ ਗਈ, ਜਾਂ ਫਲਾਨੀ ਕਿਤਾਬ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਤੇ ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਬੋਲਿਆ, ਦੂਜੀ ਤਰ੍ਹਾਂ ਕਿਉਂ ਬੋਲਿਆ। ਤੇ ਮੈਂ ਇਸ ਕਰਕੇ ਬੇਨਤੀ ਕਰਨੀ ਚਾਹੁੰਦਾ ਕਿ ਬੋਲਣ ਵਾਲੇ ਜਾਂ ਲਿਖਣ ਵਾਲੇ ਦਾ ਆਪਣੀ ਸੋਚ ਦਾ ਦਾਇਰਾ ਜਿੱਥੇ ਖੜਾ ਹੈ ਉਹ ਉੱਥੋਂ ਤੱਕ ਹੀ ਲਿਖ ਜਾਂ ਬੋਲ ਸਕਦਾ ਹੈ। ਗੁਰੂ ਸਾਹਿਬ ਜੀ ਦੀ ਉਸਤਤ ਜੇ ਅਸੀਂ ਜਾਣਨੀ ਚਾਹੁੰਦੇ ਹਾਂ ਮੁਕੰਮਲ ਰੂਪ ਦੇ ਵਿੱਚ, ਤੇ ਉਹਨਾਂ ਦੇ ਆਪਣੇ ਬੋਲਾਂ ਦੇ ਵਿੱਚੋਂ ਜਾਣਨ ਦੀ ਜ਼ਿਆਦਾ ਕੋਸ਼ਿਸ਼ ਕਰੀਏ ਤਾਂ ਜ਼ਿਆਦਾ ਵਧੀਆ ਰਹੇਗਾ। ਜੋ ਗੁਰੂ ਸਾਹਿਬ ਨੇ ਆਪ ਲਿਖਿਆ, ਆਪ ਬੋਲੇ, ਆਪ ਕਿਹਾ, ਉਹ ਜ਼ਿਆਦਾ ਮਾਨਤਾ ਰੱਖਦਾ ਹੈ ਕਿਸੇ ਹੋਰ ਲਿਖਾਰੀ ਦੇ ਨਾਲੋਂ, ਕਿਸੇ ਹੋਰ ਬੁਲਾਰੇ ਦੇ ਨਾਲੋਂ। ਸੋ ਕੋਸ਼ਿਸ਼ ਇਹੀ ਰਹਿਣੀ ਹੈ ਇਸ ਹਫ਼ਤੇ ਕਿ ਜੋ ਵੀ ਇਤਿਹਾਸ ਦੀ ਆਪਾਂ ਵਿਚਾਰ ਕਰਨੀ ਹੈ ਉਹ ਗੁਰਮਤਿ ਸਿਧਾਂਤ ਦੇ ਦਾਇਰੇ ਦੇ ਵਿੱਚ ਰਹਿ ਕੇ, ਗੁਰਬਾਣੀ ਦੇ ਦਾਇਰੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤੀ ਜਾਣੀ ਹੈ। ਸੋ ਸਾਰੀਆਂ ਹੀ ਸੰਗਤਾਂ ਨੇ ਹੁਣ ਭਾਈ ਸੁਖਦੇਵ ਸਿੰਘ ਜੀ ਪਹੁੰਚ ਚੁੱਕੇ ਨੇ ਤੇ ਆਪਾਂ ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆਂ ਇਤਿਹਾਸ ਦੀਆਂ ਵਿਚਾਰਾਂ ਇਹਨਾਂ ਦੇ ਪਾਸੇ ਸਰਵਣ ਕਰਨੀਆਂ ਨੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਇਕੱਠ ਜਿਹੜਾ ਹੈ ਬਹੁਤ ਥੋੜਾ, ਕਿਉਂਕਿ ਪਿਛਲੇ ਸਾਲ ਦਸੰਬਰ ਦੇ ਵਿੱਚ ਦਰਬਾਰ ਸਾਹਿਬ ਜਿਹੜਾ ਸਾਰਾ ਭਰਿਆ ਹੋਇਆ ਸੀ, ਤੇ ਜਾਂ ਤੇ ਪਿੰਡ ਦੀਆਂ ਸੰਗਤਾਂ, ਪਿੰਡ ਦੇ ਲੋਕਾਂ ਤੱਕ ਜਾਂ ਤੇ ਪੂਰੀ ਤਰ੍ਹਾਂ ਗੱਲ ਪਹੁੰਚੀ ਨਹੀਂ, ਘਰ ਘਰ ਜਾ ਕੇ ਵੀ ਸੱਦੇ ਦਿੱਤੇ ਗਏ ਹੈ, ਫਿਰ ਵੀ ਜਾਂ ਫਿਰ ਗੱਲ ਨੂੰ ਸੁਣਨ ਜਾਂ ਮੰਨਣ ਲਈ ਆਪਾਂ ਤਿਆਰ ਨਹੀਂ, ਜਾਂ ਫਿਰ ਸਾਨੂੰ ਸਾਡੇ ਜਿਹੜੇ ਸੁੱਖ ਹੈ ਉਹ ਇੰਨੇ ਦਿਨਾਂ ਦੇ ਲਈ ਅਸੀਂ ਆਪਣੇ ਸਰੀਰ ਦਾ ਆਰਾਮ ਜਿਹੜਾ ਹੈ ਥੋੜੇ ਸਮੇਂ ਦੇ ਲਈ ਨਹੀਂ ਛੱਡ ਸਕਦੇ। ਕੀ ਕਾਰਨ ਹੈ? ਇਹ ਤਾਂ ਜਿਹੜੇ ਨਹੀਂ ਪਹੁੰਚ ਰਹੇ ਜਾਂ ਪਹੁੰਚਣਾ ਨਹੀਂ ਚਾਹੁੰਦੇ ਉਹ ਜਾਣਨ। ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਹੀ ਬਲ ਬਖਸ਼ਣ ਕਿ ਇਹ ਹਫ਼ਤਾ ਆਪਾਂ ਸਾਹਿਬਜ਼ਾਦਿਆਂ ਦੇ ਨਾਲ ਕਦਮ ਮਿਲਾਉਣ ਦੀ ਕੋਸ਼ਿਸ਼ ਕਰ ਸਕੀਏ, ਉਹਨਾਂ ਦੇ ਦਰਸ਼ਨ ਆਪਾਂ ਇੱਥੇ ਹੀ ਬੈਠ ਕੇ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਨ ਘਾਓ, ਖੇਤ ਜੋ ਮਾਂਡੇ ਸੂਰਮਾ, ਅਬ ਜੁਦਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛੱਡੈ ਖੇਤ, ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛੱਡੈ ਖੇਤ। ਧੰਨ ਵਾਹਿਗੁਰੂ ਸਾਹਿਬ ਜੀ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼੍ਰਵਣੈ ਸੁਣਿਓ, ਦੇਖਦੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ਼੍ਰੀਖੰਡ ਸਤਿਗੁਰ ਕੀਓ, ਦੁਖ ਦਰਿਦ੍ਰ ਤਿਨ ਕੈ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਛ ਪ੍ਰੇਤ ਸੁਰ ਨਰ ਭਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਛ ਪ੍ਰੇਤ ਸੁਰ ਨਰ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ
ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸ ਲਾਸਾਨੀ ਇਤਿਹਾਸ ਦੇ ਪੰਨੇ ਨੂੰ ਯਾਦ ਕਰਦਿਆਂ ਹੋਇਆਂ ਅੱਜ ਅਸੀਂ ਸਾਰੇ ਹੀ ਉਹਨਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਸੱਜ ਕੇ ਬੈਠੇ ਹਾਂ। ਮੇਰੇ ਤੋਂ ਪਹਿਲਾਂ ਤੁਸੀਂ ਸਤਿਕਾਰਯੋਗ ਵੀਰ ਪਾਸੋਂ ਸਤਿਗੁਰੂ ਜੀ ਦੀ ਬਾਣੀ ਦੀਆਂ ਇਤਿਹਾਸ ਦੀਆਂ ਵਿਚਾਰਾਂ ਨੂੰ ਸਾਂਝੀਆਂ ਕਰਨ ਦਾ ਯਤਨ ਕਰ ਰਹੇ ਸੀ। ਹੁਣ ਕੁਝ ਸਮਾਂ ਪ੍ਰਾਪਤ ਹੋਇਆ ਹੈ ਆਪ ਜੀ ਦੇ ਨਾਲ ਮਹਾਰਾਜ ਜੀ ਦੀ ਬਾਣੀ ਦੇ ਵਿਚਾਰ ਸਾਂਝੇ ਕਰਨ ਦਾ। ਅੱਜ ਜਿਸ ਪਾਵਨ ਸਵਈਏ ਦਾ ਪਾਠ ਮੈਂ ਆਪ ਸੰਗਤ ਨਾਲ ਸਾਂਝਾ ਕੀਤਾ ਹੈ, ਇਸ ਪਾਵਨ ਪਾਠ ਅੰਦਰ ਗੁਰਦੇਵ ਬਹੁਤ ਪਿਆਰੇ ਬੋਲ ਸਾਡੇ ਨਾਲ ਸਾਂਝੇ ਕਰਦੇ ਹਨ। ਇਹ ਪਾਵਨ ਪਾਠ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦੇ ਪੰਨਾ ਨੰਬਰ 1399 ਦੇ ਉੱਪਰ ਸੁਭਾਇਮਾਨ ਹੈ। ਗੁਰਦੇਵ ਇਸ ਪਾਵਨ ਸਵਈਏ ਦੇ ਅੰਦਰ ਸਾਨੂੰ ਇਸ ਗੱਲ ਬਾਰੇ ਸਮਝਾਉਂਦੇ ਨੇ ਕਿ ਮਨੁੱਖ ਦੀ ਜੀਵਨ ਦੇ ਵਿੱਚ ਗੁਰੂ ਤਬਦੀਲੀ ਕਿਵੇਂ ਲੈ ਕੇ ਆਉਂਦਾ ਹੈ। ਮਨੁੱਖ ਜਿਹੜਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰਨ ਤੋਂ ਬਾਅਦ ਉਹ ਕਿਹੋ ਜਿਹਾ ਬਣ ਜਾਂਦਾ ਹੈ, ਉਹਦੀ ਕੀ ਕੀਮਤ ਰਹਿ ਜਾਂਦੀ ਹੈ। ਗੁਰੂ ਧਾਰਨ ਕਰਨ ਤੋਂ ਬਾਅਦ ਮਨੁੱਖ ਦਾ ਜੀਵਨ ਕਿੰਨਾ ਕੀਮਤੀ ਬਣ ਜਾਂਦਾ ਹੈ। ਜਦੋਂ ਅਸੀਂ ਇਸ ਪਾਵਨ ਸਵਈਏ ਦੇ ਪਾਠ ਦੇ ਆਰੰਭ ਦੇ ਬੋਲ ਅਸੀਂ ਪੜ੍ਹਦੇ ਹਾਂ ਤਾਂ ਮਹਾਰਾਜ ਕਹਿੰਦੇ ਨੇ ਕੱਚੋਂ ਕੰਚਨ ਭਇਓ। ਕੱਚ ਹੁੰਦਾ ਹੈ, ਜਿਵੇਂ ਅਸੀਂ ਬਾਜ਼ਾਰ ਦੇ ਵਿੱਚ ਕੱਚ ਦੇ ਬਰਤਨ ਖਰੀਦਦੇ ਹਾਂ, ਉਹ ਘਰ ਵਿੱਚ ਆਣ ਕੇ ਸਾਡੇ ਘਰ ਦਾ ਸ਼ਿੰਗਾਰ ਬਣਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੇ ਜੀਵਨ ਵਿੱਚ ਆਉਣ ਨਾਲ ਇੰਨਾ ਵੱਡਾ ਫਰਕ ਪਿਆ ਵੀ ਬੰਦਾ ਕੱਚ ਤੋਂ ਕੰਚਨ ਹੋ ਗਿਆ। ਕੰਚਨ ਦਾ ਮਤਲਬ ਹੁੰਦਾ ਹੈ ਸੋਨਾ। ਬੰਦਾ ਕੱਚ ਤੋਂ ਕੰਚਨ ਹੋ ਗਿਆ। ਕੱਚ ਦੀ ਕੋਈ ਕੀਮਤ ਨਹੀਂ ਸੀ, ਟੁੱਟ ਗਿਆ, ਭੱਜ ਗਿਆ, ਪਰ ਸੋਨੇ ਦੀ ਭੱਜੀ ਹੋਈ ਦੀ ਵੀ ਕੀਮਤ ਹੈ। ਕੱਚ ਦੀ ਕੋਈ ਕੀਮਤ ਨਹੀਂ ਸੀ, ਟੁੱਟ ਗਿਆ, ਬਰਬਾਦ ਹੋ ਗਿਆ, ਸੁੱਟ ਦਿੱਤਾ, ਪਰ ਸੋਨਾ ਉਠਾਲੀ ਵਿੱਚ ਪਿਆ ਹੋਇਆ, ਭਾਵੇਂ ਕਿ ਉਹਦਾ ਰੂਪ ਕੋਈ ਬਣਦਾ ਨਹੀਂ, ਭਾਵੇਂ ਕਿ ਸੋਨਾ ਕੋਈ ਇਹਦੇ ਗਹਿਣੇ ਦੀ ਸ਼ਕਲ ਵਿੱਚ ਤਿਆਰ ਨਹੀਂ ਕੀਤਾ ਗਿਆ, ਪਰ ਉਹਦੀ ਤਾਂ ਵੀ ਕੀਮਤ ਹੈ। ਮਹਾਰਾਜ ਕਹਿੰਦੇ ਨੇ ਗੁਰੂ ਦੀ ਜਦੋਂ ਬੰਦੇ ਦੇ ਜੀਵਨ ਵਿੱਚ ਪ੍ਰਾਪਤੀ ਹੋ ਜਾਂਦੀ ਹੈ ਤੇ ਬੰਦੇ ਦਾ ਜੀਵਨ ਵੀ ਫਿਰ ਬੜਾ ਕੀਮਤੀ ਹੋ ਜਾਂਦਾ ਹੈ। ਕਈ ਵਾਰ ਤੁਸੀਂ ਵੇਖਿਆ ਹੋਵੇਗਾ ਸੰਸਾਰ ਵਿੱਚ ਬੜੇ ਐਸੇ ਬੰਦੇ ਨੇ ਜਿਨ੍ਹਾਂ ਨੇ 80-90 ਸਾਲ ਦੀ ਉਮਰ ਭੋਗੀ ਹੁੰਦੀ ਹੈ, ਪਰ ਇੰਨੀ ਲੰਬੀ ਉਮਰ ਭੋਗਣ ਤੋਂ ਬਾਅਦ ਵੀ ਉਹ ਬੰਦੇ ਕਿਸੇ ਦੇ ਕੰਮ ਨਹੀਂ ਹੁੰਦੇ। ਤੇ ਕਈ ਵਾਰੀ ਬੰਦਾ ਤੁਹਾਡੇ ਜੋ ਭਾਵੇਂ ਸਰੀਰ ਕਰਕੇ ਕਿਤੇ ਦੂਰ ਚਲਾ ਜਾਵੇ, ਭਾਵੇਂ ਸਰੀਰ ਕਰਕੇ ਕਿਤੇ ਵਿਛੜ ਜਾਏ, ਪਰ ਤਾਂ ਵੀ ਉਸ ਬੰਦੇ ਦੇ ਕੀਤੇ ਹੋਏ ਨੇਕ ਕੰਮ ਦੇ ਪਰਉਪਕਾਰ ਜੀਵਨ ਦੇ ਵਿੱਚ ਸਦਾ ਹੀ ਉਹਦੀਆਂ ਅੱਖਾਂ ਦੇ ਸਾਹਮਣੇ ਵਾਪਰਦੇ ਰਹਿੰਦੇ, ਤਾਂ ਵੀ ਉਹਦੇ ਨੇਕ ਕੰਮ ਸਦਾ ਹੀ ਲੋਕ ਯਾਦ ਕਰਦੇ ਨੇ। ਬੜੇ ਐਸੇ ਬੰਦੇ ਤੁਹਾਨੂੰ ਸੰਸਾਰ ਦੇ ਵਿੱਚੋਂ ਮਿਲ ਜਾਣਗੇ। ਅੱਜ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਉਸ ਸਮੇਂ ਨੂੰ ਯਾਦ ਕਰਦਿਆਂ ਹੋਏ ਸਾਰੇ ਹੀ ਇੱਥੇ ਬੈਠੇ ਹਾਂ। ਅਸੀਂ ਅੱਜ ਉਸ ਮਾਹੌਲ ਦੇ ਵਿੱਚ ਜਾਣਾ ਚਾਹਾਂਗੇ ਜਿਸ ਮਾਹੌਲ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਬੜੀ ਸੂਰਬੀਰਤਾ ਦੇ ਨਾਲ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕੀਤਾ ਸੀ। ਜਦੋਂ ਵੀ ਸਾਧ ਸੰਗਤ ਦੀ ਰਾਤਾਂ ਹੁੰਦੀਆਂ ਨੇ
ਤੇ ਇਹਨਾਂ ਰਾਤਾਂ ਵਿੱਚ ਜਿਉਂ-ਜਿਉਂ ਠੰਡ ਵਧਦੀ ਹੈ, ਜਿਉਂ-ਜਿਉਂ ਠੰਡ ਦਾ ਪਹਿਰਾ ਜਿਹੜਾ ਹੈ ਉਹ ਸਖਤ ਹੁੰਦਾ ਹੈ, ਕਰੜਾ ਹੁੰਦਾ ਹੈ, ਤੇ ਕਦੀ ਇਸ ਚੀਜ਼ ਨੂੰ ਮਹਿਸੂਸ ਕਰਕੇ ਵੇਖਿਓ ਕਿ ਸਾਡੇ ਕੋਲ ਅੱਜ ਕਿੰਨੀਆਂ ਸੁੱਖ ਸਹੂਲਤਾਂ ਮੌਜੂਦ ਨੇ, ਪਰ ਕੈਸਾ ਜਿਗਰਾ ਹੋਏਗਾ ਕਲਗੀਧਰ ਪਾਤਸ਼ਾਹ ਦਾ, ਕੈਸਾ ਜਿਗਰਾ ਹੋਏਗਾ ਮਾਤਾ ਗੁਜਰ ਕੌਰ ਦਾ, ਕੈਸਾ ਜਿਗਰਾ ਹੋਏਗਾ ਬਾਬਾ ਜ਼ੋਰਾਵਰ ਸਿੰਘ ਦਾ, ਬਾਬਾ ਫਤਿਹ ਸਿੰਘ ਦਾ, ਜਿਹੜੇ ਇੰਨੀਆਂ ਠਾਦੀਆਂ ਹੋਈਆਂ ਰਾਤਾਂ ਦੇ ਵਿੱਚ ਵੀ ਉਸ ਸਾਰੇ ਕਹਿਰ ਨੂੰ ਆਪਣੇ ਪਿੰਡੇ ਤੇ ਖਾ ਰਹੇ। ਬੜਾ ਔਖਾ ਕੰਮ ਹੈ, ਕਹਿਣਾ ਬਹੁਤ ਸੌਖਾ ਹੈ। ਦੁਨੀਆ ਦੇ ਵਿੱਚ ਹਰ ਕੋਈ ਬੰਦਾ ਕੰਮ ਕਰਦਾ ਹੈ, ਤੁਸੀਂ ਵੀ ਕੰਮ ਕਰਦੇ ਹੋ, ਹਰ ਇੱਕ ਬੰਦੇ ਦੀ ਆਪਣੀ ਕਿਰਤ ਹੈ, ਪਰ ਬੰਦਾ ਦੁਨੀਆ ਦੇ ਵਿੱਚ ਕੰਮ ਕਰਦਾ ਸਿਰਫ ਆਪਣੇ ਕਰਕੇ, ਆਪਣੇ ਨਿੱਜ ਕਰਕੇ। ਮੈਂ ਕੋਈ ਕਿਰਤ ਕਰਦਾ, ਮੈਂ ਆਪਣੇ ਨਿੱਜ ਕਰਕੇ ਕਰਦਾ, ਤੁਸੀਂ ਕੋਈ ਕਿਰਤ ਕਰਦੇ ਹੋ ਆਪਣੇ ਨਿੱਜ ਕਰਕੇ ਕਰਦੇ ਹੋ। ਪਰ ਜਿਹੜੀ ਕਿਰਤ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਕੀਤੀ ਉਹ ਆਪਣੇ ਨਿੱਜ ਵਾਸਤੇ ਨਹੀਂ ਸੀ। ਉਹਨਾਂ ਨੇ ਜਿਹੜੀ ਕਿਰਤ ਕੀਤੀ ਹੈ ਉਹ ਆਪਣੇ ਵਾਸਤੇ ਨਹੀਂ ਸੀ, ਉਹ ਖਾਲਸਾ ਪੰਥ ਵਾਸਤੇ ਸੀ। ਉਸ ਖਾਲਸਾ ਪੰਥ ਦੇ ਵਿੱਚ ਅਸੀਂ ਆਉਂਦੇ ਹਾਂ, ਉਸ ਖਾਲਸਾ ਪੰਥ ਦੇ ਵਿੱਚ ਹਿੱਸੇਦਾਰੀ ਸਾਡੀ ਹੈ। ਜੇ ਅੱਜ ਅਸੀਂ ਗੁਰਦੁਆਰਿਆਂ ਵਿੱਚ ਬੈਠ ਕੇ ਉਹਨਾਂ ਦੀ ਵਿਚਾਰ ਕਰਦੇ ਹਾਂ ਤੇ ਇਹਦੇ ਵਿੱਚ ਉਹਨਾਂ ਦੀ ਕੀਤੀ ਹੋਈ ਕਿਰਤ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਅੱਜ ਜਿਸ ਰਾਤ ਨੂੰ ਅਸੀਂ ਮੁਖਾਤਬ ਹੋ ਕੇ ਸਾਧ ਸੰਗਤ ਇੱਥੇ ਬੈਠੇ ਹਾਂ, ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਜਿਹਨੂੰ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 1665 ਈਸਵੀ ਦੇ ਵਿੱਚ ਬੜੇ ਪਿਆਰ ਨਾਲ ਵਸਾਇਆ ਸੀ। ਮੈਂ ਹਿਸਟਰੀ ਦੇ ਥੋੜਾ ਜਿਹਾ ਬੈਕ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਸਾਨੂੰ ਗੱਲ ਸੌਖੇ ਤਰੀਕੇ ਨਾਲ ਜਿਹੜੀ ਹੈ ਸਮਝ ਆ ਸਕੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਸਾਧ ਸੰਗਤ ਦੇ ਜੀਵਨ ਪੜ੍ਹ ਗਏ ਨਾ, ਤੇ ਪ੍ਰੋਫੈਸਰ ਪਿਆਰਾ ਸਿੰਘ ਬਾਦਲ ਦੀ ਇੱਕ ਪੁਸਤਕ ਹੈ ਸਾਡੇ ਗੁਰਦੇਵ, ਉਹ ਪੁਸਤਕ ਦੀ ਭੂਮਿਕਾ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਲਿਖਦੇ ਨੇ। ਕਹਿੰਦੇ ਦੁਨੀਆ ਦੇ ਵਿੱਚ ਤਿੰਨ ਤਰ੍ਹਾਂ ਦੇ ਮੁੱਖ ਤੌਰ ਤੇ ਲੋਕ ਹੁੰਦੇ ਨੇ, ਤਿੰਨ ਤਰ੍ਹਾਂ ਦੇ। ਪਹਿਲੇ ਦੁਨੀਆ ਦੇ ਵਿੱਚ ਲੋਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਦਾਦੇ ਪੜਦਾਦੇ ਬੜੇ ਮਹਾਨ ਸਨ, ਅਸੀਂ ਉਹਨਾਂ ਦੇ ਸਪੁੱਤਰ ਹਾਂ। ਕੁਝ ਲੋਕ ਉਹ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡੇ ਦਾਦੇ ਪੜਦਾਦਿਆਂ ਨੇ ਬੜੇ ਮਹਾਨ ਕੰਮ ਕੀਤੇ ਸਨ, ਅਸੀਂ ਅੱਗੇ ਜਾ ਕੇ ਉਹਨਾਂ ਦੇ ਵਾਰਸ ਹਾਂ। ਤੁਸੀਂ ਵੇਖੋ ਕਈ ਵਾਰੀ ਬੰਦਾ ਕਿਤੇ ਰੋਡ ਤੇ ਜਾ ਰਿਹਾ ਹੋਵੇ ਤੇ ਕੋਈ ਬੰਦਾ ਉਹਦੀ ਗੱਡੀ ਘੇਰ ਲਵੇ ਤੇ ਅਗਲਾ ਕਹਿੰਦਾ ਕਿ ਤੈਨੂੰ ਪਤਾ ਨਹੀਂ ਕਿ ਮੇਰਾ ਪਿਓ ਕਿੰਨੀ ਵੱਡੀ ਪੋਸਟ ਤੇ ਲੱਗਾ ਹੋਇਆ, ਕਿੱਡਾ ਉੱਚਾ ਉਹਦਾ ਹੈ ਉਹਦੇ। ਕਹਿੰਦਾ ਦੂਜੇ ਦੁਨੀਆ ਦੇ ਉਹ ਲੋਕ ਹੁੰਦੇ ਨੇ ਜਿਹੜੇ ਆਪਣੀ ਸ਼ਖਸੀਅਤ ਕਰਕੇ ਆਪ ਜਾਣੇ ਜਾਂਦੇ ਨੇ। ਦੂਜੇ ਦੁਨੀਆ ਦੇ ਉਹ ਲੋਕ ਹੁੰਦੇ ਨੇ ਜਿਹੜੇ ਆਪਣੇ ਕੰਮ ਕਰਕੇ ਆਪ ਜਾਣੇ ਜਾਂਦੇ ਨੇ, ਜਿਨ੍ਹਾਂ ਦਾ ਕੋਈ ਨਾਮ ਦੁਨੀਆ ਦੇ ਵਿੱਚ ਹੈ, ਜਿਨ੍ਹਾਂ ਨੂੰ ਦੁਨੀਆ ਉਹਨਾਂ ਦੇ ਨਾਮ ਕਰਕੇ ਜਾਣਦੀ ਹੈ। ਤੇ ਕਹਿੰਦੇ ਤੀਜੇ ਦੁਨੀਆ ਦੇ ਵਿੱਚ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਬੱਚਿਆਂ ਨੇ ਬੜਾ ਮਹਾਨ ਕੰਮ ਕੀਤਾ ਹੁੰਦਾ ਹੈ, ਜਿਹੜੇ ਫਖਰ ਨਾਲ ਕਹਿੰਦੇ ਨੇ ਉਹ ਜਿਹੜਾ ਇੰਨੀ ਦੂਰ ਖਲੋਤਾ ਹੋਇਆ ਮੇਰਾ ਬੱਚਾ ਜਿਹੜਾ ਸਟੇਜ ਤੇ ਸਨਮਾਨ ਲੈ ਰਿਹਾ ਹੈ, ਮੈਂ ਮਾਣ ਨਾਲ ਕਹਿ ਸਕਦਾ ਮੈਨੂੰ ਮਾਣ ਹੈ ਆਪਣੇ ਬੱਚੇ ਤੇ। ਤੀਜੇ ਦੁਨੀਆ ਦੇ ਉਹ ਲੋਕ ਨੇ ਜਿਹੜੇ ਆਪਣੀ ਔਲਾਦ ਦੇ ਮਾਣ ਕਰਦੇ ਨੇ। ਤੇ ਪਿਆਰਾ ਸਿੰਘ ਪਦਮ ਆਪਣੀ ਪੁਸਤਕ ਵਿੱਚ ਲਿਖਦੇ ਨੇ, ਕਹਿੰਦੇ ਤੁਸੀਂ ਤੱਕ ਕੇ ਵੇਖੋ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ, ਉਹਨਾਂ ਦੇ ਜੀਵਨ ਵਿੱਚ ਤਿੰਨੇ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਉਹਨਾਂ ਦੇ ਜੀਵਨ ਵਿੱਚ ਤਿੰਨੇ ਚੀਜ਼ਾਂ ਮਿਲ ਜਾਣਗੀਆਂ। ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਕਿੰਨੀ ਵੱਡੀ ਕੁਰਬਾਨੀ ਹੈ ਉਹਨਾਂ ਦੀ। ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਆਪਣਾ ਜੀਵਨ ਤੱਕ ਕੇ ਵੇਖ ਲਓ, ਪੂਰਾ ਜੀਵਨ ਉਹਨਾਂ ਦਾ 42 ਸਾਲ ਦੀ ਉਮਰ ਹੈ ਤੇ 42 ਸਾਲ ਦੀ ਉਮਰ ਦੇ ਵਿੱਚ 14 ਜੰਗਾਂ ਤੋਂ ਦੇਵ ਲੜਦੇ ਨੇ ਤੇ 14 ਦੀਆਂ 14 ਜੰਗਾਂ ਦੇ ਵਿੱਚੋਂ ਸਤਿਗੁਰੂ ਜਿੱਤ ਪ੍ਰਾਪਤ ਕਰਦੇ ਤੇ ਖਾਲਸਾ ਪੰਥ ਵਾਸਤੇ ਇੰਨੇ ਵੱਡੇ ਕਾਰਨਾਮੇ ਕਰ ਜਾਂਦੇ ਨੇ। ਇੰਨੀ ਵੱਡੀ ਇਨਕਲਾਬੀ ਉਸ ਸਮੇਂ ਦੇ ਵਿੱਚ ਵਿਚਾਰਧਾਰਾ ਨੂੰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੋਕਾਂ ਅੱਗੇ ਪੇਸ਼ ਕਰਦੇ ਨੇ, ਜਿਹਦਾ ਕਿ ਦੁਨੀਆ ਦੇ ਵਿੱਚ ਕੋਈ ਤੋੜ ਨਹੀਂ। ਤੇ ਤੀਜਾ ਤੱਕ ਕੇ ਵੇਖੋ ਉਹਨਾਂ ਦੇ ਫਰਜ਼ਾਨ, ਉਹਨਾਂ ਦੇ ਸਾਹਿਬਜ਼ਾਦੇ, 2 ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਨੇ ਤੇ 2 ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦ ਹੁੰਦੇ ਨੇ। ਪਿਆਰਾ ਸਿੰਘ ਪਦਮ ਕਹਿੰਦਾ ਗੋਬਿੰਦ ਸਿੰਘ
ਵੈਸੇ ਕਲਗੀਧਰ ਸਵਾਮੀ ਦਾ ਜਨਮ 1666 ਦੇ ਵਿੱਚ ਪਟਨਾ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਹੁਣ ਮੈਂ ਇਤਿਹਾਸ ਦੇ ਥੋੜਾ ਜਿਹਾ ਪਿਛੋਕੜ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਗੱਲ ਸੌਖੇ ਤਰੀਕੇ ਨਾਲ ਸਮਝ ਲੱਗ ਸਕੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੈਦਾਨੇ ਜੰਗ ਵਿੱਚ ਲੜਦੇ ਨੇ, ਆਪਣੇ ਪਿਤਾ ਦੇ ਸਾਹਮਣੇ ਲੜਦੇ ਨੇ ਤੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਉਹਨਾਂ ਦਾ ਨਾਮ ਤਿਆਗ ਮਲ ਨੂੰ ਬਦਲ ਕੇ ਤੇਗ ਬਹਾਦਰ ਕਰ ਦਿੱਤਾ ਜਾਂਦਾ ਹੈ। ਬੜਾ ਵੱਡਾ ਲਕਬ ਹੈ ਸਤਿਗੁਰੂ ਨੂੰ ਜਿਹੜਾ ਉਹਨਾਂ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ। ਪਰ ਤੁਸੀਂ ਥੋੜੀ ਜਿਹੀ ਇਸ ਗੱਲ ਦੀ ਡੂੰਘਾਈ ਵਿੱਚ ਜਾਣ ਦੀ ਕੋਸ਼ਿਸ਼ ਕਰਿਓ। ਅੱਜ ਤੱਕ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇੱਕ ਵੀ ਤਸਵੀਰ ਹੱਥ ਵਿੱਚ ਫੜੀ ਹੋਈ ਤੇਗ ਵਾਲੀ ਨਹੀਂ ਵਿਖਾਈ ਦਿੱਤੀ ਹੋਏਗੀ। ਜਿੰਨੀਆਂ ਵੀ ਉਹਨਾਂ ਦੀਆਂ ਤਸਵੀਰਾਂ ਪ੍ਰਚਲਿਤ ਕੀਤੀਆਂ ਨੇ, ਸਾਰੀਆਂ ਤਸਵੀਰਾਂ ਸਿਰਫ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਸਤਿਗੁਰੂ ਘੋੜੇ ਵਿੱਚ ਬੈਠੇ ਰਹੇ ਤੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉਹਨਾਂ ਨੇ ਲੰਮਾ ਸਮਾਂ ਤਾਪ ਕੀਤਾ। ਮੈਂ ਇਸ ਕਰਕੇ ਤੁਹਾਡੇ ਨਾਲ ਬੇਨਤੀ ਸਾਂਝੀ ਕਰ ਰਿਹਾ ਤਾਂ ਕਿ ਇਤਿਹਾਸ ਦੀ ਲੜੀ ਨੂੰ ਥੋੜਾ ਜਿਹਾ ਅਸੀਂ ਜੋੜ ਸਕੀਏ। ਜੇ ਅਸੀਂ ਉਹਨਾਂ ਰਾਤਾਂ ਤੱਕ ਪਹੁੰਚਣਾ ਹੈ, ਜੇ ਅਸੀਂ ਉਹਨਾਂ ਰਾਤਾਂ ਨੂੰ ਸੱਚੀ ਮਹਿਸੂਸ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਹਦੇ ਪਿਛੋਕੜ ਵਿੱਚ ਕੀ ਕੁਝ ਪਿਆ ਹੈ ਇਹਦੇ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੈਦਾਨੇ ਜੰਗ ਵਿੱਚ ਲੜਦੇ ਨੇ। ਕਰਤਾਰਪੁਰ ਸਾਹਿਬ ਦੀ ਧਰਤੀ ਹੈ, ਚੌਥਾ ਜੰਗ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ। ਪੈਦੇ ਖਾਨ ਜਿਹੜਾ ਗੁਰੂ ਘਰ ਦੇ ਵਿੱਚ ਪੜਿਆ, ਛੋਟੇ ਹੁੰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਬੱਚੇ ਨੂੰ ਚੁੱਕਿਆ, ਉਹਨੂੰ ਪਾਲਿਆ ਤੇ ਇਹ ਤੂੰ ਤਦ ਧਰਮ ਦੀ ਇਜਾਜ਼ਤ ਦਿੱਤੀ। ਆਖਿਆ ਪੈਦੇ ਖਾਨ ਕੋਈ ਗੱਲ ਨਹੀਂ, ਤੂੰ ਗੁਰੂ ਘਰ ਵਿੱਚ ਪੜਿਆ, ਇੱਥੇ ਰਹਿੰਦਾ ਹੈ, ਪਰ ਜੇ ਤੇਰਾ ਧਰਮ ਹੈ ਨਮਾਜ਼ ਪੜ੍ਹਨਾ ਤੂੰ ਪੜ੍ਹ ਸਕਦਾ ਹੈ, ਤੈਨੂੰ ਕੋਈ ਰੋਕ ਨਹੀਂ, ਤੈਨੂੰ ਕਿਸੇ ਤਰ੍ਹਾਂ ਦਾ ਕਿਸੇ ਗੱਲ ਤੋਂ ਮਨਾ ਹੀ ਨਹੀਂ ਕੀਤੀ ਜਾਏਗੀ, ਤੂੰ ਨਮਾਜ਼ ਪੜ੍ਹ ਸਕਦਾ ਹੈ। ਤੇ ਪੈਦੇ ਖਾਨ ਇੱਕ ਮੁਸਲਮਾਨ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਪੜਿਆ, ਪਰ ਬੁੱਧੀ ਫਿਰ ਗਈ, ਮਤ ਉੱਠੀ ਹੋ ਗਈ। ਮੁਗਲ ਫੌਜਾਂ ਦੇ ਨਾਲ ਸਮਝੌਤਾ ਕਰਕੇ ਤੇ ਸਤਿਗੁਰੂ ਦੇ ਉੱਪਰ ਫੌਜਾਂ ਲੈ ਕੇ ਧਾਵਾ ਕਰ ਦਿੱਤਾ। ਜਦੋਂ ਤੁਰਖਾਨ ਦਾ ਜੰਗ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਜੰਗ ਦੇ ਵਿੱਚ ਬੜੀ ਸੁਰਬੀਰਤਾ ਦੇ ਦੌਰ ਵਿਖਾਉਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਾਹਿਬਜ਼ਾਦੇ ਨੂੰ ਜਦੋਂ ਮੈਦਾਨੇ ਜੰਗ ਵਿੱਚ ਅੱਖਾਂ ਨਾਲ ਲੜਦੇ ਹੋਏ ਵੇਖਦੇ ਨੇ ਤੇ ਆਖਦੇ ਨੇ ਤੇਰਾ ਨਾਮ ਅੱਜ ਤੋਂ ਬਾਅਦ ਤਿਆਗ ਮਲਣੀ ਤੇਗ ਬਹਾਦਰ ਹੈ, ਤੂੰ ਤੇਗ ਦਾ ਧਨੀ ਹੈ। ਪਰ ਇਤਿਹਾਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਸ ਤਰੀਕੇ ਦਾ ਵਿਖਾਇਆ ਗਿਆ ਜਿਵੇਂ ਉਹਨਾਂ ਨੇ ਘੋੜੇ ਵਿੱਚ ਬੈਠ ਕੇ ਲੰਮੀ ਤਪੱਸਿਆ ਕੀਤੀ ਹੋਵੇ। ਮੈਂ ਇਸ ਕਰਕੇ ਬੇਨਤੀ ਕਰ ਰਿਹਾ ਤਾਂ ਕਿ ਅਸੀਂ ਥੋੜਾ ਜਿਹਾ ਨੇੜੇ ਜਾ ਸਕੀਏ। ਅੱਗੇ ਜਾ ਕੇ ਕੀਰਤਪੁਰ ਸਾਹਿਬ ਦੀ ਧਰਤੀ ਹੈ, ਗੁਰੂ ਹਰਿ ਸਾਹਿਬ ਦਾ ਸਮਾਂ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1644 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। 1642 ਤੋਂ ਬਾਅਦ ਸਿੱਖ ਪੰਥ ਦੀ ਵਾਗਡੋਰ ਗੁਰੂ ਹਰਿ ਸਾਹਿਬ ਸੰਭਾਲਦੇ ਨੇ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਨਾਰਸ ਦੀ ਧਰਤੀ ਤੋਂ ਇੱਕ ਵਿਦਵਾਨ ਪੰਡਤ ਆਉਂਦਾ ਹੈ ਜਿਹਦਾ ਸਿੱਖੀ ਦੇ ਨਾਲ ਬੜਾ ਗਹਿਰਾ ਤੇ ਬੜਾ ਡੂੰਘਾ ਸੰਬੰਧ ਹੈ। ਆਣ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਬੇਨਤੀ ਕਰਦਾ ਹੈ, ਆਖਿਆ ਮਹਾਰਾਜ ਸਾਡੇ ਇਲਾਕੇ ਵਿੱਚ ਕੋਈ ਬਦਲਾਅ ਭੇਜੋ ਤਾਂ ਕਿ ਸਾਡੇ ਇਲਾਕੇ ਵਿੱਚ ਲਗਾਇਆ ਹੋਇਆ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਬੂਟਾ ਵੱਧ ਫੁੱਲ ਸਕੇ। ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬੇਨਤੀ ਮੰਨ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਡਿਊਟੀ ਲਾਉਂਦੇ ਨੇ, ਜਾਓ ਤੁਸੀਂ ਉਹਨਾਂ ਸਥਾਨਾਂ ਤੇ ਜਾ ਕੇ ਪ੍ਰਚਾਰ ਕਰਕੇ ਆਓ ਜਿਨ੍ਹਾਂ ਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਹਿਲਾਂ ਪਹੁੰਚ ਚੁੱਕੇ ਸਨ। ਹੁਣ ਇੱਥੇ ਇੱਕ ਇਤਿਹਾਸ ਦੀ ਬੇਨਤੀ ਮੈਂ ਤੁਹਾਡੇ ਨਾਲ ਬਹੁਤ ਸਾਂਝੀ ਕਰਦਾ। ਇਤਿਹਾਸ ਵਿੱਚ ਸਾਧ ਸੰਗਤ ਸਭ ਤੋਂ ਲੰਮਾ ਪੈਂਡਾ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਹੈ, ਜਿਨ੍ਹਾਂ ਦੀ ਅਸੀਂ ਪ੍ਰਚਾਰ ਫੇਰੀਆਂ ਦਾ ਜ਼ਿਕਰ ਪੜ੍ਹਦੇ ਹਾਂ। ਤੇ ਦੂਜੇ ਨੰਬਰ ਤੇ ਸਭ ਤੋਂ ਲੰਮੀਰਾ ਪੰਧ ਇਤਿਹਾਸ ਵਿੱਚ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ। ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਵਿੱਚੋਂ ਗੱਲ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੂਜੇ ਨੰਬਰ ਤੇ ਐਸੇ ਗੁਰੂ ਹੋਏ ਨੇ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਲਾ ਕੇ ਸਿੱਖੀ ਦਾ ਪ੍ਰਚਾਰ ਪੂਰਬ ਦੇਸ਼ ਦੇ ਵਿੱਚ ਕੀਤਾ, ਪੂਰਬ ਦਿਸ਼ਾ ਵਾਲੇ ਪਾਸੇ। 1656 ਈਸਵੀ ਦੇ ਵਿੱਚ ਮਹਾਰਾਜ ਨੂੰ ਪਹਿਲੀ ਪ੍ਰਚਾਰ ਫੇਰੀ ਰੱਦ ਕਰਦੇ ਨੇ, ਆਪਣੇ ਪਰਿਵਾਰ ਦੇ ਨਾਲ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਮਾਤਾ ਨਾਨਕੀ ਜੀ ਉਹ ਵੀ ਉਹਨਾਂ ਦੇ ਨਾਲ ਮੌਜੂਦ ਨੇ ਤੇ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦਾ ਇਤਿਹਾਸ ਵਿੱਚ ਪਹਿਲਾ ਨਾਮ ਮਾਤਾ ਗੁਜਰੀ ਸੀ, ਉਹ ਵੀ ਉਹਨਾਂ ਦੇ ਨਾਲ ਜਥੇ ਵਿੱਚ ਮੌਜੂਦ ਨੇ। ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ
ਸਤਿਗੁਰੂ ਆਪਣੀ ਜ਼ਿੰਦਗੀ ਦਾ ਪਹਿਲਾ ਸਮਾਂ ਉਸ ਧਰਤੀ ਤੇ ਬਤੀਤ ਕਰਦੇ ਨੇ। 7 ਸਾਲ ਦੀ ਉਮਰ ਹੁੰਦੀ ਹੈ। ਸਤਿਗੁਰੂ ਆਪਣੇ ਸਿੱਖਾਂ ਦੇ ਨਾਲ, ਆਪਣੀ ਮਾਤਾ ਦੇ ਨਾਲ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਤੇ ਰਸਤੇ ਵਿੱਚ ਪਿੰਡ ਹੈ ਲਖਨੌਰ ਸਾਹਿਬ, ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਨਕਾ ਪਿੰਡ ਹੈ ਤੇ ਸਤਿਗੁਰੂ ਜੀ ਦਾ ਨਾਨਕਾ ਪਰਿਵਾਰ ਉੱਥੇ ਵਸਦਾ ਸੀ। ਉਹਨਾਂ ਸਮਿਆਂ ਦੇ ਵਿੱਚ ਮਹਾਰਾਜ ਆਪਣੇ ਨਾਨਕੇ ਪਰਿਵਾਰ ਦੇ ਪਿੰਡ ਵਿੱਚ ਆਉਂਦੇ ਨੇ। ਬੜਾ ਚਾਅ ਕੀਤਾ ਜਾਂਦਾ ਹੈ। ਪਹਿਲੀ ਵਾਰੀ ਨਾਨਕੇ ਪਰਿਵਾਰ ਦੇ ਵਿੱਚ ਜਾਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਆਈ ਹੋਈ ਸੰਗਤ ਦੇ ਸੰਬੋਧਨ ਹੁੰਦੇ ਨੇ, ਉੱਥੇ ਆਈ ਹੋਈ ਸੰਗਤ ਦੇ ਦਰਸ਼ਨ ਕਰਦੇ ਨੇ। ਉਸ ਤੋਂ ਬਾਅਦ ਮਹਾਰਾਜ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੇ ਲਿਆਂਦਾ ਜਾਂਦਾ ਹੈ। 1664 ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਸਮਾ ਜਾਂਦੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲ ਗੁਰਤਾ ਗੱਦੀ ਆ ਜਾਂਦੀ ਹੈ। 1665 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਉਹਨਾਂ ਦਾ ਸਾਰਾ ਪਹਾੜੀ ਇਲਾਕਾ ਦੇ ਵਿੱਚ ਇੱਕ ਨਗਰ ਜਾਂਦਾ ਚੱਕ ਨਾਨਕੀ ਨਾਮ ਉਹਨਾਂ ਨੇ ਇਸ ਕਰਕੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਮਾਤਾ ਜੀ ਦਾ ਨਾਮ ਨਾਨਕੀ ਜੀ ਸੀ। ਇਤਿਹਾਸ ਨਾਨਕੀ ਨਾਮ ਸਾਨੂੰ ਜ਼ਿਕਰ ਮਿਲਦਾ ਹੈ। ਪਹਿਲੀ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਮਾਤਾ ਨਾਨਕੀ ਦੀ, ਗੁਰੂ ਤੇਗ ਮਹਾਰਾਜ ਜੀ ਦੇ ਮਾਤਾ ਜੀ ਨਗਰ ਵਸਾਇਆ ਜਾਂਦਾ। ਚੱਕ ਨਾਨਕੀ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਪਹਿਲੀ ਗੱਲ ਆਪਣੀ ਬਣਾਈ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸ਼ਹਾਦਤ ਹੁੰਦੀ ਹੈ ਤੇ ਪਹਿਲੀ ਜੰਗ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਮਹਾਰਾਜ ਬਣਾਈ। ਹੁਣ ਇੱਕ ਸਾਹਿਬ ਦੀ ਧਰਤੀ ਤੇ ਜਿਹਨੂੰ ਅਸੀਂ ਦਾ ਜ਼ਿਕਰ ਕਰਦੇ ਇਹਨਾਂ ਦੇ ਜਦੋਂ ਅਸੀਂ ਥੋੜਾ ਜਿਹਾ ਪਿਛੋਕੜ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਜਿਹੜਾ ਹੈ ਉਹ ਗੁਰੂ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਰਬਾਰ ਲੱਗਿਆ ਹੋਇਆ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕੋਲ ਕਸ਼ਮੀਰੀ ਪੰਡਤ ਕਰਦੇ ਨੇ, ਆਖਿਆ ਮਹਾਰਾਜ ਸਾਰੇ ਬਨਾਰਸ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਸਨ ਸਾਰੇ ਅਜੇ ਤੱਕ ਬਾਹਰ ਸਾਨੂੰ ਕੋਈ ਜਿੱਥੋਂ ਅਸੀਂ ਆਪਣੇ ਤੇ ਹੋ ਰਹੇ ਜ਼ੁਲਮਾਂ ਦਾ ਹੋ ਰਹੇ ਜ਼ੁਲਮਾਂ ਅਖੀਰ ਤੇ ਆਣ ਕੇ ਅਸੀਂ ਗੁਰੂ ਨਾਨਕ ਦੇ ਦਰ ਤੇ ਆਏ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਆਣ ਕੇ ਸਾਡੇ ਮਨ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਅਸੀਂ ਇਹਨੂੰ ਅੱਜ ਸੁਰਖਰੂ ਹੋ ਕੇ ਜਾਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਦੱਸੋ ਤੁਹਾਡੀ ਕੀ ਸਮੱਸਿਆ ਹੈ। ਉਹਨਾਂ ਦੇ ਵਿੱਚ ਇੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਕਸ਼ਮੀਰ ਦੀ ਧਰਤੀ ਤੋਂ ਇੱਕ ਪੰਡਤ ਆਉਂਦਾ ਹੈ, ਉਹਨਾਂ ਸਾਰਿਆਂ ਦੀ ਅਗਵਾਈ ਕਰ ਰਿਹਾ। ਉਹ ਪੰਡਤ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ, ਕਹਿਣ ਲੱਗਾ ਮਹਾਰਾਜ ਬਿਰਤਾ ਇਹਨਾਂ ਦੀ ਹੈ ਕਿ ਕਸ਼ਮੀਰ ਦਾ ਜਿਹੜਾ ਗਵਰਨਰ ਹੈ ਉਹਨਾਂ ਨੇ ਬੜਾ ਅਤਿਆਚਾਰ ਕਰਦਾ, ਬੜਾ ਜ਼ੁਲਮ ਕਰ ਰਿਹਾ ਹੈ। ਇਹਨਾਂ ਦੇ ਆਏ ਦੇ ਧੱਕੇ ਦੇ ਨਾਲ ਜਿਹੜੇ ਉਤਾਰੇ ਜਾ ਰਹੇ ਨੇ। ਹੁਣ ਤੁਸੀਂ ਇਹਨਾਂ ਦੀ ਰੱਖਿਆ ਕਰ ਸਕਦੇ ਹੋ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਾਓ ਜਾ ਕੇ ਤੁਸੀਂ ਔਰੰਗਜ਼ੇਬ ਨੂੰ ਕਹਿ ਦਿਓ ਤੁਸੀਂ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਇਸਲਾਮ ਮਤ ਵਿੱਚ ਤਬਦੀਲ ਕਰ ਦਿਓ, ਅਸੀਂ ਸਾਰੇ ਹੀ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਵਾਂਗੇ। ਇਹ ਉਹਨਾਂ ਸਮਿਆਂ ਦੇ ਵਿੱਚ ਇੱਕ ਬੜੀ ਘਟਨਾ ਸੀ। ਹੁਣ ਤੁਸੀਂ ਅੰਦਾਜ਼ਾ ਲਾਓ ਜਦੋਂ ਕਸ਼ਮੀਰੀ ਪੰਡਤਾਂ ਦਾ ਵਫਦ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਣ ਕੇ ਹਾਜ਼ਰ ਹੁੰਦਾ ਹੈ ਤੇ ਆਪਣੇ ਪੂਰੇ ਪੰਥ ਦਾ ਜਿਮਾ, ਆਪਣੀ ਪੂਰੀ ਕੌਮ ਦਾ ਜਿਮਾ, ਆਪਣੇ ਪੂਰੇ ਧਰਮ ਦਾ ਜਿਮਾ ਗੁਰੂ ਸਾਹਿਬ ਜੀ ਦੇ ਮੋਢਿਆਂ ਤੇ ਪਾ ਦਿੰਦਾ ਹੈ ਤੇ ਆਖਦਾ ਹੈ ਅਸੀਂ ਆਪਣਾ ਸਾਰਾ ਧਰਮ ਕਰਮ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਛੱਡ ਦਿੱਤਾ ਹੈ। ਔਰੰਗਜ਼ੇਬ ਨੂੰ ਚਿੱਠੀ ਭੇਜ ਦਿੱਤੀ ਜਾਂਦੀ ਹੈ ਜਾਓ ਤੁਸੀਂ ਸਿੱਖਾਂ ਦੇ ਨੌਵੇਂ ਗੁਰੂ ਨੂੰ ਇਸਲਾਮ ਮਤ ਦੇ ਵਿੱਚ ਤਬਦੀਲ ਕਰ ਲਓ, ਅਸੀਂ ਸਾਰੇ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ।
ਇਹ ਉਹਨਾਂ ਦਾ ਵਿਸ਼ਵਾਸ ਸੀ ਗੁਰੂ ਤੇ, ਇਹ ਉਹਨਾਂ ਦਾ ਭਰੋਸਾ ਸੀ ਗੁਰੂ ਤੇ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਖਾਲਸਾ ਪੰਥ ਫੁੱਟਦਾ ਹੈ। 1699 ਦੀ ਵਿਸਾਖੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਖੰਡੇ ਦੀ ਧਾਰ ਵਿੱਚੋਂ ਪੈਦਾ ਕੀਤਾ। ਤੇ ਇੱਕ ਚੀਜ਼ ਨੂੰ ਇੱਥੇ ਸਾਧ ਸੰਗਤ ਹਮੇਸ਼ਾ ਯਾਦ ਰੱਖਿਓ, ਕੌਮ ਦੇ ਵਿੱਚ ਜਦੋਂ ਵੀ ਸ਼ਹੀਦੀਆਂ ਦਾ ਦੌਰ ਚੱਲਦਾ ਹੈ ਨਾ ਤੇ ਉਹਨਾਂ ਤੋਂ ਬਾਅਦ ਇੱਕ ਬੜਾ ਵੱਡਾ ਇਨਕਲਾਬ ਫਿਰ ਤੋਂ ਸਿਰ ਹੁੰਦਾ ਹੈ। ਇਹ ਸਿੱਖਾਂ ਦੀ ਇੱਕ ਬੜੀ ਵਿਲੱਖਣ ਗਾਥਾ ਰਹੀ ਹੈ। ਜੇ ਇੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੌਜਵਾਨੀ ਦੀ ਮੰਗ ਕਰਦੇ ਨੇ ਤੇ ਆਖਦੇ ਨੇ ਸਾਰੇ ਨੌਜਵਾਨ ਇਸ ਸਥਾਨ ਤੇ ਇਕੱਠੇ ਹੋ, ਅਸੀਂ ਮੁਗਲਾਂ ਦੇ ਖਿਲਾਫ ਜ਼ੁਲਮ ਦਾ ਟਾਕਰਾ ਕਰਨਾ। ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੰਗਾਂ ਲੜਦੇ ਨੇ, ਉਹਨਾਂ ਜੰਗਾਂ ਦੇ ਵਿੱਚ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਉਹਨਾਂ ਜੰਗਾਂ ਦੇ ਵਿੱਚ ਪਹਾੜੀ ਰਾਜਿਆਂ ਨੂੰ ਪਿੱਛੇ ਵਾਪਸ ਮੁੜਨਾ ਪੈਂਦਾ। ਇਹ ਸਿੱਖਾਂ ਦਾ ਸ਼ੁਰੂ ਤੋਂ ਇਤਿਹਾਸ ਰਿਹਾ ਹੈ। ਇੱਥੇ ਨਾਦਰ ਸ਼ਾਹ ਵਰਗੇ ਆਏ ਜਿਹੜੇ ਕਹਿੰਦੇ ਸੀ ਇੱਕ ਸਮੇਂ ਅਸੀਂ ਦੋ ਮੁਲਕਾਂ ਦੇ ਉੱਪਰ ਆਪਣਾ ਰਾਜ ਕਾਇਮ ਕਰਾਂਗੇ, ਪਰ ਗੁਰੂ ਕੇ ਸਿੱਖਾਂ ਨੇ ਨਾਦਰ ਸ਼ਾਹ ਦੇ ਸੁਪਨਿਆਂ ਨੂੰ ਪੂਰਾ ਨਾ ਹੋਣ ਦਿੱਤਾ। ਦਿੱਲੀ ਤੋਂ ਅਜੇ ਵਾਪਸ ਜਾ ਰਿਹਾ ਸੀ, ਰਸਤੇ ਦੇ ਵਿੱਚੋਂ ਹੀ ਉਹਦੇ ਸਮਾਨ ਨੂੰ ਲੁੱਟਿਆ ਤੇ ਲੁੱਟਣ ਤੋਂ ਬਾਅਦ ਨਾਦਰ ਸ਼ਾਹ ਨੂੰ ਪੰਜਾਬ ਦੇ ਵਿੱਚੋਂ ਭੱਜਣ ਵਾਸਤੇ ਮਜਬੂਰ ਕਰ ਦਿੱਤਾ। ਇਹ ਇਤਿਹਾਸ ਹੈ ਸਿੱਖਾਂ ਦਾ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਵਰਗੇ ਆਏ ਜਿਨ੍ਹਾਂ ਵੱਡਾ ਘੱਲੂਘਾਰਾ 1762 ਦੇ ਵਿੱਚ ਸਿੱਖਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਆਖਿਆ ਇੱਕ ਖੱਤਰੀ ਨੇ ਇਸ ਧਰਮ ਨੂੰ ਪੈਦਾ ਕੀਤਾ ਸੀ, ਹੁਣ ਮੈਂ ਇਸ ਧਰਮ ਨੂੰ ਖਤਮ ਕਰ ਦਿਆਂਗਾ। ਪਰ ਉਹਨਾਂ ਨੂੰ ਇੱਥੋਂ ਪੰਜਾਬ ਦੀ ਧਰਤੀ ਤੋਂ ਬਹੁਤ ਛੇਤੀ ਭੱਜਣ ਵਾਸਤੇ ਸਿੱਖਾਂ ਨੇ ਮਜਬੂਰ ਕਰ ਦਿੱਤਾ। ਇਹ ਇਤਿਹਾਸ ਹੈ। ਸੋ ਖੈਰ ਮੈਂ ਇਸ ਵਿਸ਼ੇ ਦੇ ਵਿੱਚ ਨਹੀਂ ਜਾਵਾਂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸੇ ਨੂੰ ਖੰਡੇ ਦੀ ਧਾਰ ਵਿੱਚੋਂ ਪੈਦਾ ਕੀਤਾ। ਬੜਾ ਵੱਡਾ ਇਨਕਲਾਬ ਸੀ। ਜਾਤਾਂ ਪਾਤਾਂ ਦੇ ਭੇਦ ਭਾਵ ਨੂੰ ਮਿਟਾਇਆ। ਜਿਹੜੇ ਲੋਕ ਇੱਕ ਦੂਜੇ ਤੋਂ ਛੁਪਾ ਛਾਤ ਕਰਕੇ ਨਫ਼ਰਤ ਕਰਦੇ ਸਨ, ਉਸ ਨਫ਼ਰਤ ਨੂੰ ਗੁਰੂ ਸਾਹਿਬ ਨੇ ਲੋਕਾਂ ਦੇ ਵਿੱਚੋਂ ਮੁਕਾਉਣ ਦੀ ਕੋਸ਼ਿਸ਼ ਕੀਤੀ। ਆਖਿਆ ਅੱਜ ਤੋਂ ਬਾਅਦ ਸਾਰੇ ਸਿੱਖ ਇੱਕ ਥਾਂ ਤੇ ਇਕੱਠੇ ਹੋ ਕੇ ਬੈਠਣਗੇ। ਭਾਵੇਂ ਕਿ ਇਹ ਸਿਧਾਂਤ ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੜਾ ਲੰਮਾ ਸਮਾਂ ਪਹਿਲਾਂ ਸ਼ੁਰੂ ਕੀਤਾ ਸੀ, ਪਰ ਇਹਨੂੰ ਅਮਲੀ ਜਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਣ ਕੇ ਪਹਿਨਾਇਆ ਸੀ। ਜਦੋਂ ਖਾਲਸੇ ਨੂੰ ਆਖਿਆ ਸੀ ਸਾਰਿਆਂ ਨੇ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਪੀਣਾ, ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਛਕਣਾ। ਹੁਣ ਇਹ ਗੱਲ ਉਹਨਾਂ ਸਮਿਆਂ ਦੇ ਵਿੱਚ ਸੌਖੀ ਨਹੀਂ ਸੀ, ਕਿਉਂਕਿ 22 ਧਾਰ ਦੀਆਂ ਜਿਹੜੀਆਂ ਪਹਾੜੀ ਰਿਆਸਤਾਂ ਸਨ, ਉਹਨਾਂ ਦੇ ਵਿੱਚ ਇੱਕਦਮ ਇਸ ਗੱਲ ਤੋਂ ਖਲਬਲੀ ਮਚ ਗਈ। ਜਿਹੜੇ ਲੋਕ ਸਾਡੇ ਸਾਹਮਣੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਨਹੀਂ ਸੀ ਰੱਖਦੇ, ਅੱਜ ਲੋਕ ਸਾਡੇ ਸਾਹਮਣੇ ਹੱਥ ਵਿੱਚ ਤਲਵਾਰ ਫੜ ਕੇ ਸਾਡਾ ਮੁਕਾਬਲਾ ਕਰਨਗੇ। ਇਹ ਜਿਹੜੀਆਂ ਰਾਤਾਂ ਅਸੀਂ ਯਾਦ ਕਰ ਰਹੇ ਹਾਂ, ਜਿਨ੍ਹਾਂ ਰਾਤਾਂ ਨੂੰ ਅਸੀਂ ਮਹਿਸੂਸ ਕਰਨ ਦਾ ਯਤਨ ਕਰ ਰਹੇ ਹਾਂ, ਇਹ ਸਾਰੀਆਂ ਚੀਜ਼ਾਂ ਉਹਨਾਂ ਚੀਜ਼ਾਂ ਦੀ ਪਿੱਠ ਭੂਮੀ ਵਿੱਚ ਪਈਆਂ ਹੋਈਆਂ। ਪਹਾੜੀ ਰਾਜਿਆਂ ਨੇ ਵਿਉਂਤ ਹੁੰਦੀ ਕਲਗੀਧਰ ਪਾਤਸ਼ਾਹ ਨੇ ਨੂੰ ਖਤਮ ਕੀਤਾ ਜਾਵੇ, ਅਨੰਦਪੁਰ ਸਾਹਿਬ ਦੇ ਨਗਰ ਨੂੰ ਉਜਾੜ ਦਿੱਤਾ ਜਾਏ, ਅਨੰਦਪੁਰ ਸਾਹਿਬ ਦੇ ਨਗਰ ਨੂੰ ਤਬਾਹ ਕਰ ਦਿੱਤਾ ਜਾਏ। ਇੱਕ ਮੀਟਿੰਗ ਹੋਈ ਪਹਾੜੀ ਰਾਜਿਆਂ ਦੀ, ਜਿਹਦੇ ਵਿੱਚ ਪੰਮਾ ਪ੍ਰੋਹਤ ਇੱਕ ਪੰਡਤ ਸੀ, ਉਹਨੇ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਾ ਕੀਤਾ। ਆਖਿਆ ਜੇ ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਖਿਲਾਫ ਆਵਾਜ਼ ਨਾ ਉਠਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਰਾਜ ਇਸ ਧਰਤੀ ਤੋਂ ਖਤਮ ਹੋ ਜਾਏਗਾ। ਹੁਣ ਅੰਦਾਜ਼ਾ ਲਾਓ ਕਿ ਇਹ ਅਹਿਸਾਨ ਪ੍ਰਮੋਸ਼ ਲੋਕ ਸਨ। ਅਜੇ ਕੱਲ ਦੀਆਂ ਗੱਲਾਂ ਸਨ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਧਰਮ ਦੀ ਰੱਖਿਆ ਵਾਸਤੇ ਦਿੱਲੀ ਦੇ ਵਿੱਚ ਏਡੀ ਵੱਡੀ ਕੁਰਬਾਨੀ ਦਿੱਤੀ ਸੀ, ਪਰ ਭੁੱਲ ਗਏ ਸਾਰੇ ਦਿੱਤਾ। ਜਦੋਂ ਬਹੁਤ ਸਾਰੇ ਪਾਪੀ ਲੋਕ ਇੱਕ ਥਾਂ ਤੇ ਇਕੱਠੇ ਹੁੰਦੇ ਨੇ ਤੇ ਪਾਪ ਕਰਨ ਵਾਸਤੇ ਉਹਨਾਂ ਦੇ ਵਿੱਚ ਸਾਹਸ ਬੜਾ ਵੱਧਦਾ ਹੈ। ਸਾਰੇ ਇਕੱਠੇ ਹੋ ਗਏ। ਵਿਉਂਤ ਬੁੱਧੀ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਤਮ ਕੀਤਾ ਜਾਏ। ਅਨੰਦਪੁਰ ਸਾਹਿਬ ਦਾ ਘੇਰਾ ਪੈ ਜਾਂਦਾ ਹੈ। ਇਹ ਪਹਿਲਾ ਘੇਰਾ ਸੀ ਅਨੰਦਪੁਰ ਸਾਹਿਬ ਦਾ, ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਹੈ। ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੇ ਸਾਰੇ ਸ਼ਹਿਰ ਦਾ ਨਗਰਾਂ ਦਾ ਨਿਰਮਾਣ ਇਸ ਤਰੀਕੇ ਨਾਲ ਕੀਤਾ ਸੀ ਕਿ ਕੋਈ ਵੀ ਬਾਹਰੋਂ ਹਮਲਾਵਰ ਇੱਥੇ ਹਮਲਾ ਕਰੇ ਤੇ ਕਿਲਿਆਂ ਦੇ ਵਿੱਚ ਬੈਠੀ ਕੋਈ ਫੌਜ ਉਹਨਾਂ ਹਮਲਿਆਂ ਦਾ ਡਟ ਕੇ ਮੁਕਾਬਲਾ ਕਰ ਸਕੇ। ਅਨੰਦਪੁਰ
ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 5 ਕਿਲੇ ਬਣਾਏ ਸਨ, ਜਿਨ੍ਹਾਂ ਦੇ ਵਿੱਚ ਇੱਕ ਕਿਲਾ ਸੀ ਲੋਹਗੜ੍ਹ ਸਾਹਿਬ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੋਹਗੜ੍ਹ ਦੇ ਕਿਲੇ ਵਿੱਚ ਬੈਠੇ ਨੇ, ਸ਼ੇਖ ਉਹਨਾਂ ਦੇ ਨਾਲ ਨੇ, ਪਹਾੜੀ ਰਾਜਿਆਂ ਦੇ ਵੱਲੋਂ ਘੇਰਾ ਪਾਇਆ ਜਾਂਦਾ ਹੈ। ਇਤਿਹਾਸ ਦੱਸਦਾ ਹੈ 7 ਦਿਨ ਲੋਹਗੜ੍ਹ ਦੇ ਕਿਲੇ ਨੂੰ ਘੇਰਾ ਪਿਆ ਰਹਿੰਦਾ ਹੈ, ਪਰ ਪਹਾੜੀ ਫੌਜਾਂ ਦੀ ਇੰਨੀ ਹਿੰਮਤ ਨਹੀਂ ਸੀ ਕਿ ਕਿਲੇ ਦੇ ਅੰਦਰ ਜਾ ਕੇ ਰੁਕ ਕੇ ਸਿੱਖਾਂ ਦਾ ਮੁਕਾਬਲਾ ਕਰ ਸਕਣ। ਇੰਨੀ ਹਿੰਮਤ ਨਹੀਂ ਸੀ ਉਹਨਾਂ ਦੇ ਵਿੱਚ। ਅਖੀਰ ਤੇ ਪਹਾੜੀ ਰਾਜਿਆਂ ਨੇ ਇੱਕ ਦਿਨ ਵਿਉਂਤ ਖੁਦੇ ਆ ਕੇ ਕਿੰਨਾ ਲੰਮਾ ਸਮਾਂ ਸੀ ਕਿ ਘੇਰਾ ਪਾਈ ਰੱਖਾਂਗੇ ਕਿਲੇ ਨੂੰ, ਕਿਉਂ ਨਾ ਹਮਲਾ ਕਰ ਦਿੱਤਾ ਜਾਏ। ਇੱਕ ਮਸਤ ਹਾਥੀ ਜਿਹਦੇ ਮੱਥੇ ਤੇ ਪੂਰਾ ਲੋਹਾ ਬਣਿਆ ਹੋਇਆ ਸੀ, ਜਿਹਦਾ ਪੂਰਾ ਪਿੰਡਾ ਲੋਹੇ ਦੇ ਕਵਚ ਨਾਲ ਢਕਿਆ ਹੋਇਆ ਸੀ, ਉਹਨੂੰ ਨਸ਼ੇ ਦੇ ਨਾਲ ਗੁੱਟ ਕਰਕੇ ਉਹਨੂੰ ਸ਼ਰਾਬ ਪਿਆ ਕੇ ਕਿਲੇ ਦੇ ਦਰਵਾਜ਼ੇ ਵਾਲੇ ਪਾਸੇ ਤੋਰਿਆ ਗਿਆ। ਆਖਿਆ ਜਦੋਂ ਮਸਤ ਹਾਥੀ ਜਾ ਕੇ ਕਿਲੇ ਦੀਆਂ ਕੰਧਾਂ ਦੇ ਵਿੱਚ ਟਕਰਾਏਗਾ, ਦਰਵਾਜ਼ੇ ਦੇ ਵਿੱਚ ਟਕਰਾਏਗਾ, ਟੁੱਟ ਜਾਏਗਾ ਤੇ ਸਾਡੀਆਂ ਪਹਾੜੀ ਫੌਜਾਂ ਅੰਦਰ ਦਾਖਲ ਹੋ ਜਾਣਗੀਆਂ। ਰਾਤ ਨੂੰ ਇਹ ਸਾਰੀ ਖਬਰ ਗੁਰੂ ਕੇ ਸਿੱਖਾਂ ਨੂੰ ਪਤਾ ਲੱਗੀ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸਿੱਖ ਆਣ ਕੇ ਆਖਦਾ, ਕਹਿਣ ਲੱਗਾ ਗੁਰੂ ਸਾਹਿਬ ਸੁਣਿਆ ਪਹਾੜੀ ਰਾਜੇ ਵਿਉਂਤਾਂ ਘੁੰਮ ਰਹੇ ਨੇ, ਕੱਲ ਨੂੰ ਉਹਨਾਂ ਨੇ ਕਿਲੇ ਦੇ ਵਿੱਚ ਪ੍ਰਵੇਸ਼ ਕਰ ਲੈਣਾ ਹੈ। ਇੱਕ ਮਸਤ ਹਾਥੀ ਤਿਆਰ ਕੀਤਾ ਹੈ, ਜਿਹਨੂੰ ਕਿਲੇ ਦੇ ਦਰਵਾਜ਼ੇ ਦੇ ਵਿੱਚ ਮਾਰਿਆ ਜਾਏਗਾ, ਉਹਦੇ ਟੱਕਰ ਮਾਰੀ ਜਾਏਗੀ, ਦਰਵਾਜ਼ਾ ਟੁੱਟ ਜਾਏਗਾ, ਅੰਦਰ ਦਾਖਲ ਹੋ ਜਾਣਗੇ, ਅਸੀਂ ਕੀ ਕਰਨਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ, ਘਬਰਾਉਣ ਦੀ ਲੋੜ ਨਹੀਂ, ਜੇ ਉਹਨਾਂ ਦੇ ਕੋਲ ਮਸਤ ਹਾਥੀ ਹੈ ਤੇ ਮਸਤ ਹਾਥੀ ਸਾਡੇ ਕੋਲ ਵੀ ਹੈਗਾ। ਆਖਿਆ ਸਤਿਗੁਰੂ ਕੌਣ? ਇਹਦੇ ਦੁਨੀ ਜਾਣ, ਸਾਡੇ ਕੋਲ ਹੈਗਾ ਮਸਤ ਹਾਥੀ। ਤੇ ਇਤਿਹਾਸ ਦੱਸਦਾ ਦੁਨੀ ਜਾਨ ਵੇਖਣ ਨੂੰ ਬੜਾ ਮੋਟਾ ਸੀ, ਸਰੀਰ ਦਾ ਬੜਾ ਖੁੱਲਾ ਸੀ, ਤੇ ਲੰਗਰਾਂ ਦੇ ਵਿੱਚੋਂ ਵੀ ਸੁੱਖ ਨਾਲ ਬਾਹਰ ਪ੍ਰਸ਼ਾਦਾ ਦੁਨੀ ਜਾਨ ਛਕਦਾ ਸੀ। ਆਖਿਆ ਦੁਨੀ ਜਾਨ ਸਾਡੇ ਕੋਲ ਹੈਗਾ, ਕੋਈ ਗੱਲ ਨਹੀਂ, ਉਹਨਾਂ ਦੇ ਕੋਲ ਹਾਥੀ ਹੈ ਤੇ ਹਾਥੀ ਸਾਡੇ ਕੋਲ ਵੀ ਹੈਗਾ। ਹੁਣ ਦੁਨੀ ਜਾਨ ਵਿਚਾਰਾ ਅੰਦਰੋਂ ਕਮਜ਼ੋਰ ਸੀ। ਜਦੋਂ ਰਾਤ ਨੂੰ ਇਹ ਗੱਲ ਸੁਣੀ ਸਿੱਖਾਂ ਨੇ ਕੋਲੋਂ ਕਿ ਦੁਨੀ ਜਾਨ ਨੂੰ ਗੁਰੂ ਸਾਹਿਬ ਜਿਹੜਾ ਉਹ ਤਿਆਰ ਕਰ ਰਹੇ ਨੇ, ਤੇ ਦੁਨੀ ਜਾਨ ਅੰਦਰ ਥੋੜਾ ਜਿਹਾ ਘਾਬਰ ਗਿਆ, ਡਰ ਗਿਆ, ਤੇ ਆਸੇ ਪਾਸੇ ਕਿਲੇ ਦੇ ਵਿੱਚ ਸਿੱਖਾਂ ਨੂੰ ਆਖਦਾ ਕਿ ਗੁਰੂ ਸਾਹਿਬ ਨੂੰ ਕੀ ਹੋ ਗਿਆ? ਕਹਿੰਦੇ ਕਿਉਂ? ਕਹਿੰਦਾ ਇੱਕ ਬੰਦੇ ਦਾ ਮੁਕਾਬਲਾ ਹਾਥੀ ਦੇ ਨਾਲ ਕਿੱਦਾਂ ਹੋ ਸਕਦਾ? ਪਰ ਇੱਕ ਜਾਨਵਰ ਹੈ ਹਾਥੀ, ਉਹਦੇ ਵਿੱਚ ਕਿੰਨੀ ਤਾਕਤ ਹੈ, ਉਹਦੇ ਵਿੱਚ ਕਿੰਨਾ ਜ਼ੋਰ ਹੈ, ਇੱਕ ਬੰਦਾ ਹਾਥੀ ਦੇ ਨਾਲ ਮੁਕਾਬਲਾ ਕਿੱਥੋਂ ਕਰ ਸਕਦਾ? ਸਾਰੀ ਰਾਤ ਮਨ ਵਿੱਚ ਡਰਦਾ ਰਿਹਾ, ਕੰਬਦਾ ਰਿਹਾ ਅੰਦਰ। ਸਾਰੀ ਰਾਤ ਉਹਦੇ ਮਨ ਵਿੱਚ ਇਹੋ ਵਿਚਾਰ ਚੱਲਦੇ ਰਹੇ, ਮੈਂ ਮਸਤ ਹਾਥੀ ਨਾਲ ਮੁਕਾਬਲਾ ਕਿੱਦਾਂ ਕਰਾਂਗਾ। ਤੇ ਅਖੀਰ ਦੇ ਕਹਿੰਦੇ ਜਦੋਂ ਰਾਤ ਦਾ ਅਖੀਰਲਾ ਪਹਿਰ ਵੱਜਿਆ ਸੀ, ਦੁਨੀ ਚੰਦ ਲੋਹਗੜ੍ਹ ਦੇ ਕਿਲੇ ਦੀ ਕੰਧ ਟੱਪ ਕੇ ਤੇ ਭੱਜ ਗਿਆ। ਮਜੀਠੇ ਦਾ ਰਹਿਣ ਵਾਲਾ ਸੀ, ਲੋਹਗੜ੍ਹ ਕਿਲੇ ਦੀ ਕੰਧ ਟੱਪ ਕੇ ਤੇ ਭੱਜ ਗਿਆ। ਸਵੇਰ ਵੇਲੇ ਸਿੱਖਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਖਬਰ ਦਿੱਤੀ, ਆਖਿਆ ਮਹਾਰਾਜ ਦੁਨੀ ਚੰਦ ਰਾਤ ਦਾ ਭੱਜ ਗਿਆ, ਹੁਣ ਕੀ ਕੀਤਾ ਜਾਏ, ਅਗਲਾ ਹੱਲ ਕੀ ਹੈ? ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ, ਹੁਣ ਕੌਣ ਜਾ ਕੇ ਮਸਤ ਹਾਥੀ ਦਾ ਮੁਕਾਬਲਾ ਕਰੇਗਾ? ਤੇ ਇਹ ਖਾਸ ਵਿੱਚ ਜ਼ਿਕਰ ਆਉਂਦਾ ਭਾਈ ਬਚਿੱਤਰ ਸਿੰਘ। ਤੇ ਸਾਧ ਸੰਗਤ ਤੋਂ ਤੁਸੀਂ ਹੈਰਾਨ ਹੋਵੋਗੇ, ਭਾਈ ਬਚਿੱਤਰ ਸਿੰਘ ਉਹ ਸੂਰਮਾ ਹੈ ਜਿਨ੍ਹਾਂ ਦੇ ਪਿਤਾ ਭਾਈ ਮਨੀ ਸਿੰਘ ਜੀ ਨੇ ਲਾਹੌਰ ਦੇ ਵਿੱਚ ਬੰਦ ਕਟਵਾ ਲਿਆ ਸੀ, ਪਰ ਸਿੱਖ ਧਰਮ ਨਹੀਂ ਸੀ ਛੱਡਿਆ, ਸਿੱਖੀ ਨਹੀਂ ਸੀ ਆਈ। ਇੱਕ ਬੇਨਤੀ ਇੱਥੇ ਮੈਂ ਹੋਰ ਕਰਦਾ ਜਾਵਾਂ, ਕਿਉਂਕਿ ਅਸੀਂ ਇਹਨਾਂ ਰਾਤਾਂ ਨੂੰ ਜੇ ਆਪਣੇ ਪਿੰਡੇ ਤੇ ਘਟਾਉਣਾ ਹੈ। ਭਾਈ ਮਨੀ ਸਿੰਘ ਜੀ ਦੇ 5 ਸੁਪੁੱਤਰ ਹੋਏ ਨੇ, 5। ਭਾਈ ਬਚਿੱਤਰ ਸਿੰਘ ਵੀ, ਭਾਈ ਮਦਨ ਸਿੰਘ ਵੀ, ਭਾਈ ਹਰਮ ਸਿੰਘ, ਭਾਈ ਹਰੈਪ ਸਿੰਘ। 5 ਪੁੱਤਰ ਭਾਈ ਮਨੀ ਸਿੰਘ ਦੇ ਹੋਏ ਨੇ, ਤੇ 5 ਦੇ 5 ਪੁੱਤਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਜਾਂਦੇ ਨੇ, ਸਿਰਫ ਇੱਕ ਦਿਨ ਦੇ ਸਮੇਂ। ਇੱਕ ਪਰਿਵਾਰ ਦੇ 5 ਜੀ ਸਿਰਫ ਇੱਕ ਰਾਤ ਦੇ ਇੱਕ ਦਿਨ ਵਿੱਚ ਚਮਕੌਰ ਸਾਹਿਬ ਤੱਕ ਜਾਂਦੇ ਸ਼ਹੀਦੀ ਦਾ ਜਾਮ ਵੀ ਜਾਂਦੇ ਨੇ। ਕਿੰਨਾ ਵੱਡਾ ਇਨਕਲਾਬ ਹੈ। ਐਵੇਂ ਨਹੀਂ ਸੀ ਸਾਡੇ ਸਿਰ ਦੇ ਅੱਜ ਦਸਤਾਰਾਂ ਸਦੀਆਂ, ਇਹਦੇ ਵਾਸਤੇ ਸਿੱਖਾਂ ਨੇ ਸਿੱਖੀ ਦੀਆਂ ਨੀਹਾਂ ਦੇ ਵਿੱਚ ਆਪਣਾ ਖੂਨ ਡੋਲ ਕੇ ਤੇ ਇਹਦੇ ਉੱਪਰ ਆਪਣਾ ਮਹਿਲ ਉਸਾਰਿਆ ਸੀ। ਐਵੇਂ ਨਹੀਂ ਸੀ ਸਰਦਾਰੀਆਂ ਅੱਜ ਸਾਡੇ ਤੱਕ ਪਹੁੰਚੀ, ਐਵੇਂ ਨਹੀਂ ਅੱਜ ਸਟੇਜਾਂ ਦੇ ਉੱਪਰ ਗੱਲਾਂ ਕਰਨੀਆਂ ਪੈਂਦੀਆਂ ਵੀ ਜੇ ਸਰਹੰਦ ਦੀ ਧਰਤੀ ਤੇ ਜਾਣਾ ਤੇ ਸਾਹਿਬਜ਼ਾਦਿਆਂ ਦਾ ਰੂਪ ਬਣ ਕੇ ਜਾਏ। ਇਸੇ ਕਰਕੇ ਗੱਲਾਂ ਕੀਤੀਆਂ ਜਾਂਦੀਆਂ ਸਨ। ਭਾਈ ਮਨਿੰਦਰ ਸਿੰਘ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸਪੁੱਤਰ ਹੈ, ਤੇ ਭਾਈ ਮਨਿੰਦਰ ਸਿੰਘ ਆਖਿਆ ਮਹਾਰਾਜ ਮੇਰੇ ਇਸ ਸੇਵਾ ਲਾਓ, ਮੈਂ ਜਾ ਕੇ ਮੁਕਾਬਲਾ ਕਰਦਾ ਹਾਥੀ ਦਾ।
ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਬਚਿੱਤਰ ਸਿੰਘ ਨੂੰ ਆਪਣੇ ਸੀਨੇ ਦੇ ਨਾਲ ਲਾਉਂਦੇ ਨੇ ਤੇ ਸੀਨੇ ਨਾਲ ਲਾਉਣ ਤੋਂ ਬਾਅਦ ਹੱਥ ਵਿੱਚ ਇੱਕ ਨਾਗਰੀ ਫੜਾਉਂਦੇ ਨੇ। ਆਖਿਆ ਇਸ ਨਾਗਰੀ ਦੇ ਨਾਲ ਮਸਤ ਹਾਥੀ ਦਾ ਮੁਕਾਬਲਾ ਕਰਨਾ। ਉਧਰੋਂ ਪਹਾੜੀ ਰਾਜੇ ਆਪਣਾ ਹਾਥੀ ਕਿਲੇ ਵੱਲ ਨੂੰ ਲਾਉਂਦੇ ਨੇ, ਇਧਰੋਂ ਭਾਈ ਬਚਿੱਤਰ ਸਿੰਘ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੂੰ ਗੋਬਿੰਦ ਸਿੰਘ ਸਾਹਿਬ ਥਾਪੜਾ ਦਿੰਦੇ ਨੇ। ਵੇਖੋ ਸਿੱਖ ਦਾ ਗੁਰੂ ਦੇ ਸਾਧ ਸੰਗਤ ਦਾ ਵਿਸ਼ਵਾਸ ਕਿੰਨਾ ਵੱਡਾ ਹੈ, ਕਿੰਨਾ ਵਿਸ਼ਵਾਸ ਹੈ ਸਿੱਖ ਨੂੰ ਵੀ ਜੇ ਮੈਨੂੰ ਕਲਗੀ ਸਾਹਿਬ ਪਾਤਸ਼ਾਹ ਨੇ ਅੱਜ ਥਾਪੜਾ ਦਿੱਤਾ ਹੈ ਨਾ ਤੇ ਮੈਂ ਇੱਕ ਮਸਤ ਹਾਥੀ ਦਾ ਵੀ ਮੁਕਾਬਲਾ ਕਰ ਸਕਦਾ। ਤੇ ਤੁਸੀਂ ਅੱਜ ਦੇ ਸਿੱਖ ਦੇ ਵਿਸ਼ਵਾਸ ਦਾ ਉਸ ਵਿਸ਼ਵਾਸ ਦੇ ਨਾਲ ਕੰਪੈਰੀਜ਼ਨ ਕਰਕੇ ਵੇਖੋ, ਤੁਲਨਾ ਕਰਕੇ ਵੇਖੋ ਕਿੰਨਾ ਵੱਡਾ ਅੰਤਰ ਹੈ। ਅੱਜ ਦਾ ਮਾੜੀ ਮੋਟੀ ਕਿਤੇ ਸਾਨੂੰ ਮੁਸੀਬਤ ਪੈ ਜਾਵੇ ਤੇ ਅਸੀਂ ਉਸੇ ਵੇਲੇ ਤਾਂਨੇ ਮਿਹਣੇ ਗੁੱਸੇ ਗਿਲਾ ਸ਼ਿਕਵਾ ਕਿੰਨੀ ਛੇਤੀ ਕਰਨਾ ਸ਼ੁਰੂ ਕਰ ਦਿੰਦੇ ਆ। ਮੈਂ ਤਾਂ ਗੁਰਦੁਆਰੇ ਵੀ ਰੋਜ਼ ਜਾਣਾ, ਪਤਾ ਨਹੀਂ ਰੱਬ ਨੇ ਸਾਨੂੰ ਆਹ ਕੁਝ ਕਿਉਂ ਨਹੀਂ ਦਿੱਤਾ, ਪਤਾ ਨਹੀਂ ਰੱਬ ਸਾਨੂੰ ਕਿਉਂ ਨਹੀਂ ਭਾਗ ਪਾਉਂਦਾ, ਪਤਾ ਨਹੀਂ ਰੱਬ ਦਾ ਸਾਡੇ ਨਾਲ ਕੀ ਵੈਰ ਹੈ। ਅਸੀਂ ਕਿਤੇ ਨਾ ਕਿਤੇ ਆਪਣਾ ਭਰੋਸਾ ਗੁਰੂ ਤੋਂ ਛਿੜਕਾ ਬੈਠੇ। ਪਰ ਭਾਈ ਬਚਿੱਤਰ ਸਿੰਘ ਨੂੰ ਗੁਰੂ ਤੇ ਕਿੰਨਾ ਵੱਡਾ ਭਰੋਸਾ ਹੈ। ਦੁਨੀ ਚੰਦ ਨੂੰ ਨਹੀਂ ਸੀ ਭਰੋਸਾ। ਦੁਨੀ ਚੰਦ ਕਹਿੰਦਾ ਸੀ ਮੈਂ ਨਹੀਂ ਮੁਕਾਬਲਾ ਕਰ ਸਕਦਾ, ਪਰ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਮੈਂ ਮੁਕਾਬਲਾ ਕਰਾਂ। ਬਚਿੱਤਰ ਸਿੰਘ ਜਦੋਂ ਕਿਲੇ ਦੇ ਵਿੱਚੋਂ ਬਾਹਰ ਨਿਕਲਦਾ ਹੈ, ਹੱਥ ਵਿੱਚ ਫੜੀ ਹੋਈ ਨਾਗਣੀ ਮਸਤ ਹਾਥੀ ਦੇ ਮੱਥੇ ਵਿੱਚ ਇਹੋ ਜਿਹੀ ਮਾਰੀ ਜਾਂਦੀ ਹੈ, ਉਹਦੇ ਮੱਥੇ ਦੇ ਬੰਨੇ ਹੋਏ ਤਵਿਆਂ ਨੂੰ ਚੀਰਦੀ ਹੋਈ ਉਹਦੇ ਸਿਰ ਵਿੱਚ ਘੱਸਦੀ ਹੈ ਤੇ ਦਰਦ ਦਾ ਮਾਰਿਆ ਪੀੜ ਦਾ ਮਾਰਿਆ ਹਾਥੀ ਜਦੋਂ ਪਛਾਣ ਜਾਂਦਾ ਹੈ ਤੇ ਪਹਾੜੀ ਫੌਜਾਂ ਨੂੰ ਲਤਾੜਦਾ ਹੋਇਆ ਪਿੱਛੇ ਨੂੰ ਭੱਜ ਜਾਂਦਾ ਹੈ ਤੇ ਪਹਾੜੀ ਫੌਜਾਂ ਨੂੰ ਵੀ ਭੱਜਣ ਵਾਸਤੇ ਮਜਬੂਰ ਕਰ ਦਿੰਦਾ ਹੈ। ਇਹ ਸੀ ਗੁਰੂ ਦੇ ਸਿੱਖ ਦਾ ਗੁਰੂ ਦੇ ਵਿਸ਼ਵਾਸ। ਤੇ ਭਾਈ ਬਚਿੱਤਰ ਸਿੰਘ ਜਦੋਂ ਕਿਲੇ ਵਿੱਚ ਸਾਧ ਸੰਗਤ ਵਾਪਸ ਆਉਂਦਾ ਹੈ, ਭਾਈ ਬਚਿੱਤਰ ਸਿੰਘ ਜਦੋਂ ਕਿਲੇ ਵਿੱਚ ਵਾਪਸ ਆਉਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਲੰਘ ਤੇ ਬੈਠੇ ਹੋਏ ਨੇ ਤੇ ਮੁਸਕਰਾਉਂਦੇ ਨੇ। ਆਖਿਆ ਬਚਿੱਤਰ ਸਿੰਘ ਵਧਾਇਆ ਹਾਥੀ। ਤੇ ਬਚਿੱਤਰ ਸਿੰਘ ਦੋਵੇਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਅੱਗੇ ਬੇਨਤੀ ਕਰਦਾ। ਆਖਿਆ ਮਹਾਰਾਜ ਹਾਥੀ ਭਜਾਉਣ ਵਾਸਤੇ ਕਿਹਾ ਸੀ, ਵਧਾਇਆ। ਜੇ ਕਿਤੇ ਤੁਸੀਂ ਕਿਹਾ ਹੁੰਦਾ ਵੀ ਹਾਥੀ ਨੇਜੇ ਦੇ ਟਾਂਗੇ ਲੈ ਕੇ ਆਉਣਾ ਤੇ ਨੇਜੇ ਦੇ ਟਾਂਗੇ ਮੈਂ ਤੁਹਾਡੇ ਚਰਨਾਂ 'ਚ ਜਾਣ ਕੇ ਲੈ ਆਉਣਾ। ਇੰਨਾ ਵਿਸ਼ਵਾਸ ਹੈ ਭਾਈ ਬਚਿੱਤਰ ਸਿੰਘ, ਇੰਨਾ ਭਰੋਸਾ ਹੈ ਗੁਰੂ ਤੇ। ਆਖਿਆ ਗੁਰੂ ਕਿਹਾ ਸੀ ਵੀ ਹਾਥੀ ਭਜਾਉਣਾ ਹੈ, ਵਧਾਇਆ। ਜੇ ਕਿਤੇ ਕਿਹਾ ਹੁੰਦਾ ਵੀ ਨੇਜੇ ਦੇ ਟਾਂਗੇ ਲੈ ਕੇ ਆਉਣਾ ਤੇ ਤੁਹਾਡੇ ਚਰਨਾਂ ਵਿੱਚ ਜਾਣ ਕੇ ਤਾਂ ਦੇਣਾ ਸੀ। ਇੰਨੇ ਵੱਡੇ ਸਿਰਲੰਬ ਯੋਧੇ ਹੋਏ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ। ਅੱਜ ਜਿਸ ਰਾਤ ਨੂੰ ਅਸੀਂ ਖਤਮ ਹੋ ਕੇ ਬੈਠੇ ਹਾਂ, ਮੈਂ ਹੁਣ ਉਸ ਦੌਰ ਵਾਲੇ ਪਾਸੇ ਆਉਣਾ ਚਾਹਾਂਗਾ। 7 ਮਹੀਨੇ ਦਾ ਘੇਰਾ ਅਨੰਦਪੁਰ ਸਾਹਿਬ ਨੂੰ ਪਾਇਆ ਜਾਂਦਾ ਹੈ। ਇਤਿਹਾਸ ਦੱਸਦਾ ਹੈ ਮਈ ਦੇ ਵਿੱਚ ਪਹਾੜੀ ਰਾਜਿਆਂ ਦੇ ਵੱਲੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਹੈ। ਤੇ ਪਹਾੜੀ ਰਾਜੇ ਕੌਣ ਸਨ? ਜਦੋਂ ਅਸੀਂ ਇਹਨਾਂ ਦਾ ਥੋੜਾ ਜਿਹਾ ਪਿਛੋਕੜ ਪੜਾਂਗੇ ਵੇਖਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਾਦਾ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੇ ਸਤਿਗੁਰੂ ਜੀ ਨੂੰ ਬੰਦੀ ਛੋੜ ਕਰਕੇ ਯਾਦ ਕੀਤਾ ਜਾਂਦਾ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਜਿਹੜੇ ਉੱਥੇ ਰਾਜੇ ਸਨ ਉਹਨਾਂ ਨੂੰ ਰਿਹਾਅ ਕਰਵਾਇਆ ਸੀ। ਉਹਨਾਂ 52 ਰਾਜਿਆਂ ਦੇ ਵਿੱਚੋਂ 12 ਰਾਜੇ ਉਹ ਸਨ ਜਿਹੜੇ ਇਹਨਾਂ ਪਹਾੜੀ ਰਿਆਸਤਾਂ ਦੇ ਵਿੱਚ ਰਾਜ ਕਰਦੇ ਸਨ। ਜਿਹੜੇ ਅਸੀਂ ਭੀਮ ਚੰਦ ਦਾ ਅਜਮੇਰ ਚੰਦ ਦਾ ਜ਼ਿਕਰ ਪੜ੍ਹਦੇ ਹਾਂ, ਜਿਹੜਾ ਕਹਿਲੂਰ ਰਿਆਸਤ ਦਾ ਰਾਜਾ ਸੀ, ਇਹਨਾਂ ਦਾ ਵੱਡਾ ਵਡੇਰਾ ਹੋਇਆ ਸੀ ਤਾਰਾ ਚੰਦ। ਉਸ ਤਾਰਾ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੀ ਉਸ ਕੈਦ ਵਿੱਚੋਂ ਆਜ਼ਾਦ ਕਰਵਾਉਂਦੇ ਨੇ। ਇਹ ਸੀ ਅਹਿਸਾਨ ਸਿੰਘਾਂ ਦਾ। ਪਰ ਅਹਿਸਾਨ ਫਰਾਮੋਸ਼ ਹੋ ਬੈਠੇ। ਸਾਰਿਆਂ ਨੇ ਵਿਰੋਧ ਕੀਤੇ। ਆਖਿਆ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਏ, ਗੁਰੂ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਗੁਰੂ ਸਾਹਿਬ ਆਪਣੀ ਤਾਕਤ ਵਧਾਉਂਦੇ ਜਾ ਰਹੇ ਹਨ। ਤੇ ਜੇ ਗੁਰੂ ਸਾਹਿਬ ਦੀ ਤਾਕਤ ਵਧੀ ਗਈ ਤੇ ਸਾਡਾ ਰਾਜ ਪੈਰਾਂ ਸਿਰ ਨਹੀਂ ਰਹੇਗਾ, ਸਾਡੇ ਪੈਰ ਇਸ ਜ਼ਮੀਨ ਤੋਂ ਉੱਪਰ ਜਾਣਗੇ। ਇੱਕ ਮੈਂ ਤੇ ਥੋੜੀ ਜਿਹੀ ਬੇਨਤੀ ਹੋਰ ਕਰਨੀ ਚਾਹਾਂਗਾ। ਸਿੱਖ ਪੰਥ ਦੇ ਇੱਕ ਬੜੇ ਦਾਨੇ ਤੇ ਬੜੇ ਸੁਲਝੇ ਹੋਏ ਢਾਡੀ ਹੋਏ ਨੇ ਗਿਆਨੀ ਸੋਹਣ ਸਿੰਘ ਸੀਤਲ। ਉਹਨਾਂ ਦੀ ਕਿਤਾਬ ਹੈ ਮਨੁੱਖਤਾ ਦੇ ਗੁਣ। ਬੜੀ ਕਮਾਲ ਦੀ ਗੱਲ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਬਾਰੇ ਲਿਖੀ ਹੈ। ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਹਿਲੀ ਜੰਗ ਭੰਗਾਣੀ ਦੀ ਪਹਾੜੀ ਰਾਜਿਆਂ ਨਾਲ ਹੁੰਦੀ ਹੈ ਤੇ ਦੂਜੀ ਜੰਗ ਵਿੱਚ ਸਤਿਗੁਰੂ ਜੀ ਪਹਾੜੀ ਰਾਜਿਆਂ ਦੇ ਨਾਲ ਮਿਲ ਕੇ ਤੇ ਲਾਹੌਰ ਦਰਬਾਰ ਪੂਰਾ ਕਰਵਾਉਂਦੇ। ਹੁਣ ਬੜੀ ਹੈਰਾਨੀ ਦੀ ਗੱਲ ਹੈ, ਪਹਿਲੀ ਜੰਗ ਪਹਾੜੀ ਰਾਜਿਆਂ ਨੇ ਵਿਰੋਧ ਵਿੱਚ ਤੇ ਦੂਜੀ ਉਹਨਾਂ ਦੇ ਹੱਕ ਵਿੱਚ ਲੜ ਗਏ। ਇਹ ਕਿੱਦਾਂ ਦੀ ਗੱਲ ਹੋਈ? ਫਿਰ ਉਹਨਾਂ ਨੇ ਬੜੀ ਕਮਾਲ ਦੀ ਗੱਲ ਕੀਤੀ। ਕਹਿੰਦੇ ਦੂਜੀ ਜੰਗ ਦੇ ਵਿੱਚ ਪਹਾੜੀ ਰਾਜੇ
ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਏ ਤੇ ਆਣ ਕੇ ਕਹਿਣ ਲੱਗੇ, ਸਤਿਗੁਰੂ ਜੀ, ਲਾਹੌਰ ਦਾ ਸੂਬੇਦਾਰ ਦਿਲਾਵਰ ਖਾਨ ਸਾਨੂੰ ਕਹਿੰਦਾ ਹੈ ਕਿ ਮਾਲੀਆ ਲਾਇਆ ਜਾਵੇ ਤੇ ਸਾਡੇ ਕੋਲ ਇਹਦੀ ਸਮਰੱਥਾ ਨਹੀਂ ਵੀ ਅਸੀਂ ਮਾਲੀਆ ਲਾਹੌਰ ਦਰਬਾਰ ਨੂੰ ਦੇ ਸਕੀਏ। ਸਾਡੇ ਕੋਲ ਇਹਦੀ ਸਮਰੱਥਾ ਨਹੀਂ, ਅਸੀਂ ਲਾਹੌਰ ਦਰਬਾਰ ਨੂੰ ਮਾਲੀਆ ਤਾਰ ਸਕੀਏ, ਤੁਸੀਂ ਸਾਡੀ ਸਹਾਇਤਾ ਕਰੋ। ਦਿਲਾਵਰ ਖਾਨ ਫੌਜ ਲੈ ਕੇ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਨੁੱਖਤਾ ਦੇ ਗੁਰੂ ਸਨ। ਉਹ ਇਸ ਗੱਲ ਨੂੰ ਜਾਣਦੇ ਸਨ ਵੀ ਜੇ ਪਹਾੜੀ ਰਾਜੇ ਮਾਲੀਏ ਨੂੰ ਇਕੱਠੇ ਕਰਨਗੇ ਤੇ ਉਹਦਾ ਬੋਝ ਆਮ ਲੋਕਾਂ ਦੇ ਪਏਗਾ, ਆਮ ਜਨਤਾ ਪਰੇਸ਼ਾਨ ਹੋਏਗੀ, ਆਮ ਜਨਤਾ ਨੂੰ ਤੰਗ ਕੀਤਾ ਜਾਏਗਾ। ਆਮ ਜਨਤਾ ਦੇ ਹੱਕ ਵਿੱਚ ਖੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਪਹਾੜੀ ਰਾਜਿਆਂ ਦੀ ਮਦਦ ਕਰਦੇ ਨੇ ਤੇ ਲਾਹੌਰ ਦਾ ਦਿਲਾਵਰ ਖਾਨ ਜਿਹੜਾ ਫੌਜਾਂ ਲੈ ਕੇ ਪਹਾੜੀ ਰਾਜੇ ਦੇ ਚੜ੍ਹ ਕੇ ਆਉਂਦਾ ਹੈ, ਉਹਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ। ਇਹ ਮਿਸਾਲ ਸੋਹਣ ਸਿੰਘ ਸੀਤਲ ਜੀ ਨੇ ਆਪਣੀ ਕਿਤਾਬ ਵਿੱਚ ਦਿੱਤੀ ਹੈ ਵੀ ਇਸੇ ਕਰਕੇ ਉਹਨਾਂ ਨੂੰ ਮਨੁੱਖਤਾ ਦੇ ਗੁਰੂ ਕਿਹਾ ਜਾਂਦਾ ਹੈ। ਗੁਰੂ ਸਾਹਿਬ ਦਾ ਕਿਸੇ ਇੱਕ ਧਰਮ ਦੇ ਨਾਲ ਵੈਰ ਨਹੀਂ ਹੈ, ਕਿਸੇ ਇੱਕ ਕੌਮ ਦੇ ਨਾਲ ਵੈਰ ਨਹੀਂ ਹੈ। ਮਤਾ ਇਹ ਸਮਝ ਲਓ ਵੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਟੱਕਰ ਲੈਣ ਵਾਲੇ ਸਾਰੇ ਦੇ ਸਾਰੇ ਮੁਸਲਮਾਨ ਨੇ ਤੇ ਇਸਲਾਮ ਦਾ ਸਿੱਖ ਧਰਮ ਵਿਰੋਧੀ ਅੱਜ ਬੜੀਆਂ ਸਾਜ਼ਿਸ਼ਾਂ ਇਹਨਾਂ ਦੀਆਂ ਕੀਤੀਆਂ ਜਾ ਰਹੀਆਂ ਨੇ, ਅੱਜ ਬੜੀਆਂ ਐਸੀਆਂ ਵਿਰੋਧਾਂ ਹੁੰਦੀਆਂ ਜਾ ਰਹੀਆਂ ਨੇ। ਸਿੱਖੀ ਕਿਸੇ ਇੱਕ ਧਰਮ ਦੀ ਕਦੀ ਵਿਰੋਧੀ ਨਹੀਂ ਰਹੀ, ਉਹ ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ। ਜੇ ਮੁਸਲਮਾਨ ਸਾਰੇ ਮਾੜੇ ਨੇ ਤੇ ਭਾਈ ਨਿਹੰਗ ਖਾਨ ਨੂੰ ਕਿੱਥੇ ਰੱਖੋਗੇ ਤੁਸੀਂ? ਜੇ ਮੁਸਲਮਾਨ ਸਾਰੇ ਮਾੜੇ ਨੇ ਤੇ ਪੀਰ ਬੁੱਧੂ ਸ਼ਾਹ ਜੀ ਹੁਣੇ ਕਿੱਥੇ ਜਾਣਗੇ? ਜੇ ਮੁਸਲਮਾਨ ਸਾਰੇ ਮਾੜੇ ਨੇ ਤੇ ਭਾਈ ਨਬੀ ਖਾਨ ਤੇ ਭਾਈ ਨਬੀ ਖਾਨ ਨੂੰ ਅਸੀਂ ਕਿੱਥੋਂ ਰੱਖਾਂਗੇ? ਮੈਂ ਥੋੜੇ ਦਿਨ ਪਹਿਲਾਂ ਇੱਕ ਪ੍ਰਚਾਰਕ ਦੀ ਵੀਡੀਓ ਸੁਣ ਰਿਹਾ ਸੀ ਤੇ ਉਹਨੇ ਆਪਣੀ ਵੀਡੀਓ ਦੇ ਵਿੱਚ ਬੋਲ ਕੇ ਕਹਿੰਦਾ, ਆਪਣੀ ਬਾਂਹ ਨੂੰ ਤੁਸੀਂ ਤੇਲ ਲਾਓ ਤੇ ਉਹਨੂੰ ਤਿਲਾਂ ਦੇ ਵਿੱਚ ਪਾ ਦਿਓ, ਜਿੰਨੇ ਤਿਲ ਤੁਹਾਡੀ ਬਾਂਹ ਨੂੰ ਲੱਗ ਜਾਣ, ਜੇ ਇੱਕ ਮੁਸਲਮਾਨ ਇੰਨੀਆਂ ਕਸਮਾਂ ਵੀ ਖਾ ਲਵੇ ਤੇ ਤਾਂ ਵੀ ਉਸ ਬੰਦੇ ਤੇ ਵਿਸ਼ਵਾਸ ਨਹੀਂ ਕਰੇ। ਪਰ ਮੈਂ ਇੱਥੇ ਇੱਕ ਬੇਨਤੀ ਸਾਂਝੀ ਕਰਨੀ ਚਾਹਾਂਗਾ, ਸਿੱਖੀ ਕਿਸੇ ਧਰਮ ਦੀ ਵਿਰੋਧੀ ਨਹੀਂ। ਸਿੱਖੀ ਦੇ ਵਿੱਚ ਸਿਰਫ ਜ਼ੁਲਮ ਦਾ ਵਿਰੋਧ ਕੀਤਾ ਗਿਆ ਹੈ, ਉਹ ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ ਸਿੱਖ ਹੋਵੇ। ਸਾਡਾ ਕਿਸੇ ਇੱਕ ਧਰਮ ਦੇ ਨਾਲ ਰੌਲਾ ਨਹੀਂ, ਕਿਸੇ ਇੱਕ ਧਰਮ ਦੇ ਨਾਲ ਸਾਡਾ ਕੋਈ ਝਗੜਾ ਨਹੀਂ ਸੀ। ਜੇ ਸਾਡਾ ਮੁਸਲਮਾਨਾਂ ਨਾਲ ਝਗੜਾ ਹੁੰਦਾ ਤੇ ਭਾਈ ਨਬੀ ਖਾਨ ਤੇ ਭਾਈ ਨਬੀ ਖਾਨ ਨੂੰ ਸਿੱਖ ਪੰਥ ਕਿਉਂ ਸਤਿਕਾਰਦਾ? ਜੇ ਕਿਸੇ ਇੱਕ ਮਜ਼ਹਬ ਦੇ ਨਾਲ ਰੌਲਾ ਹੁੰਦਾ ਤੇ ਭਾਈ ਮੋਤੀ ਰਾਮ ਮਹਿਰੇ ਨੂੰ ਅਸੀਂ ਅੱਜ ਤੱਕ ਯਾਦ ਕਿਉਂ ਕਰਦੇ? ਜੇ ਸਾਡਾ ਕਿਸੇ ਇੱਕ ਧਰਮ ਦੇ ਨਾਲ ਰੌਲਾ ਹੁੰਦਾ ਤੇ ਸਾਈਂ ਮੀਆਂ ਮੀਰ ਜੀ ਨੂੰ ਸਿੱਖ ਸਤਿਕਾਰ ਦੇ ਨਾਲ ਕਿਉਂ ਬਣਾਉਂਦੇ? ਉਹ ਵੱਖਰੀ ਗੱਲ ਹੈ ਕਿ ਸਾਨੂੰ ਇੱਕ ਧਰਮ ਦੇ ਨਾਲ ਜੋੜ ਕੇ ਤੇ ਇੱਕ ਧਰਮ ਦਾ ਵਿਰੋਧ ਕਰਕੇ ਉਠਾਇਆ ਜਾ ਰਿਹਾ, ਜਿਵੇਂ ਸਿੱਖੀ ਇਸਲਾਮ ਦੀ ਕੱਟੜ ਵਿਰੋਧੀ ਹੋਵੇ। ਇੱਥੇ ਸੁਚਾਨੰਦ ਵਰਗੇ ਵੀ ਦੋਸ਼ੀ, ਇੱਥੇ ਗੰਗੂ ਵਰਗੇ ਵੀ ਦੋਸ਼ੀ, ਭਾਵੇਂ ਉਹ ਕਿਸੇ ਧਰਮ ਦੇ ਨਾਲ ਵੀ ਸੰਬੰਧ ਰੱਖਦੇ ਹੋ, ਭਾਵੇਂ ਉਹਨਾਂ ਦਾ ਧਰਮ ਕੋਈ ਹੋਵੇ, ਉਹਨਾਂ ਦੀ ਜਾਤ ਕੋਈ ਹੋਵੇ, ਤੇ ਸਿੱਖੀ ਦੇ ਵਿੱਚ ਸਿਰ ਤੇ ਪੱਗ ਬੰਨ੍ਹਣ ਵਾਲੇ ਜਿਨ੍ਹਾਂ ਨੇ ਜੂਨ 1984 ਤੋਂ ਬਾਅਦ ਸਿੱਖਾਂ ਦੀ ਕਾਣ ਕੀਤਾ, ਸਿੱਖਾਂ ਦੇ ਉਹ ਵੀ ਜ਼ਾਲਮ ਨੇ, ਕਾਤਲ ਨੇ, ਸਿੱਖ ਪੰਥ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ। ਤੁਸੀਂ ਦੇਖ ਲਓ, ਪੰਜਾਬ ਦਾ ਮੁੱਖ ਮੰਤਰੀ ਸੀ ਜਿਹਨੇ ਸਿੱਖਾਂ ਦੇ ਉੱਪਰ ਇੱਕ ਬੜਾ ਲੰਮਾ ਸਮਾਂ ਤਸ਼ੱਦਦ ਕੀਤਾ, ਨੌਜਵਾਨ ਬੱਚਿਆਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਿਆ ਗਿਆ। ਸਾਡੇ ਵਾਸਤੇ ਤਾਂ ਉਹ ਵੀ ਦੋਸ਼ੀ। ਸਿੱਖੀ ਕਿਸੇ ਇੱਕ ਧਰਮ ਦੀ, ਇੱਕ ਮਜ਼ਹਬ ਦੀ, ਇੱਕ ਫਿਰਕੇ ਦੀ ਕਦੀ ਵਿਰੋਧੀ ਨਹੀਂ। ਸਿੱਖੀ ਨੇ ਹਮੇਸ਼ਾ ਆਵਾਜ਼ ਉਠਾਈ ਹੈ ਤੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ। ਸੋ ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਅਨੰਦਪੁਰ ਸਾਹਿਬ ਦਾ ਘੇਰਾ ਪਾਇਆ ਜਾਂਦਾ ਹੈ ਮਈ 1704 ਦੇ ਵਿੱਚ। ਉਸ ਘੇਰੇ ਤੋਂ ਬਾਅਦ ਗੁਰੂ ਸਾਹਿਬ ਨੇ ਜਿੰਨੇ ਵੀ ਨਗਰ ਦੇ ਬਾਕੀ ਰਹਿਣ ਵਾਲੇ ਲੋਕ ਸਨ, ਸਾਰਿਆਂ ਨੂੰ ਇਹ ਬੇਨਤੀ ਕੀਤੀ, ਆਖਿਆ ਤੁਸੀਂ ਨਗਰ ਛੱਡ ਕੇ ਚਲੇ ਜਾਓ। ਹੁਣ ਬੜਾ ਔਖਾ ਤੇ ਬੜਾ ਵਿਗਨ ਸਮਾਂ ਅੱਜ ਸਾਡੇ ਤੇ ਆਉਣ ਵਾਲਾ ਹੈ। 1 ਮਹੀਨਾ, 2 ਮਹੀਨੇ, 7 ਮਹੀਨੇ ਲਗਾਤਾਰ ਲੰਘ ਜਾਂਦੇ ਨੇ। ਇੱਕ ਦਿਨ ਆਉਂਦਾ ਹੈ, ਪਹਾੜੀ ਰਾਜਿਆਂ ਦੇ ਵੱਲੋਂ ਕਸਮਾਂ ਖਾਧੀਆਂ ਜਾਂਦੀਆਂ ਨੇ। ਆਖਿਆ ਜਾਂਦਾ ਹੈ, ਸਤਿਗੁਰੂ ਤੁਸੀਂ ਇੱਕ ਵਾਰ ਇਹ ਛੱਡ ਕੇ ਚਲੇ ਜਾਓ, ਸਾਡੀ ਰਹਿ ਆ ਜਾਓਗੇ, ਅਸੀਂ ਦੁਨੀਆ ਦੇ ਵਿੱਚ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਹੋ ਜਾਵਾਂਗੇ ਵੀ ਅਸੀਂ ਨਹੀਂ ਕੁਝ ਕੀਤਾ ਹੈ। ਜੇ ਅਸੀਂ ਇਤਨਾ ਉੱਠ ਕੇ ਚਲੇ ਗਏ ਤੇ ਲੋਕਾਂ ਕਹਿਣਾ 7 ਮਹੀਨੇ ਬੈਠ ਕੇ ਤੁਸੀਂ ਗੁਰੂ ਦਾ ਕੁਝ ਨਹੀਂ ਵਿਗਾੜ ਸਕੇ। 7 ਮਹੀਨੇ ਇੱਥੇ ਬੈਠ ਕੇ ਤੁਸੀਂ ਗੁਰੂ ਨੂੰ ਪਰੇਸ਼ਾਨ ਨਹੀਂ ਕਰ ਸਕੇ। ਇੱਕ ਵਾਰੀ ਤੁਸੀਂ ਕਿਲਾ ਛੱਡ ਕੇ ਚਲੇ ਜਾਓ, ਇੱਕ ਵਾਰੀ ਤੁਸੀਂ ਕਿਲਾ ਖਾ ਲਓ, ਬਾਅਦ ਵਿੱਚ ਭਾਵੇਂ ਫੇਰ ਆਣ ਕੇ ਅਨੰਦਪੁਰ ਸਾਹਿਬ ਵਸ ਜਾਣਾ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਖ ਆਣ ਕੇ ਸਾਰੇ ਵਿਖਿਆ ਦੱਸਦੇ ਨੇ ਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਚਿਹਰੇ ਤੋਂ ਮੁਸਕਰਾਉਂਦੇ ਹੋਏ ਆਖਦੇ ਨੇ, ਕਹਿਣ ਲੱਗੇ
ਤੁਸੀਂ ਇਹਨਾਂ ਤੇ ਵਿਸ਼ਵਾਸ ਕਰ ਸਕਦੇ ਹੋ, ਭਰੋਸੇਯੋਗ ਨੇ? ਤੇ ਸਿੱਖਾਂ ਨੇ ਕਿਹਾ ਮਹਾਰਾਜ ਪਹਾੜੀ ਰਾਜੇ ਗਊ ਦੀਆਂ ਕਸਮਾਂ ਖਾ ਰਹੇ ਤੇ ਇਸਲਾਮ ਵਾਲੇ ਕੁਰਾਨ ਦੀਆਂ ਕਸਮਾਂ ਖਾ ਕੇ ਕੁਰਾਨ ਉਹਨਾਂ ਨੇ ਸਾਡੇ ਹੱਥ ਵਿੱਚ ਭੇਜੀ ਹੈ ਤੇ ਆਖਦੇ ਨੇ ਕਿਹੜਾ ਖਾਲੀ ਕਰ ਰਿਹਾ। ਪਾਤਸ਼ਾਹ ਨੇ ਕਿਤੇ ਧੋਖਾ ਕਰ ਰਹੇ ਨੇ। ਸਿਰਕੀ ਦੇ ਪਾਤਸ਼ਾਹ ਨੇ ਤੁਹਾਨੂੰ ਕਿੱਦਾਂ ਪਤਾ ਹੈ? ਸਤਲੁਗੀ ਦੇ ਮੁੜੇ ਮਾਰ ਕੇ ਵੇਖ ਲੈਂਦੇ ਆ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਕੁਝ ਗੱਡੇ ਤਿਆਰ ਕੀਤੇ, ਕੁਝ ਖੱਜਰਾਂ ਤਿਆਰ ਕੀਤੀਆਂ ਤੇ ਉਹਨਾਂ ਦੇ ਟੁੱਟਾ ਭੱਜਿਆ ਜਿਹੜਾ ਅਨੰਦਪੁਰ ਦੇ ਵਿੱਚ ਬਾਕੀ ਦਾ ਸਮਾਨ ਸੀ ਉਹ ਲੱਦਿਆ। 5-7 ਗੱਡੇ ਤਿਆਰ ਕਰਕੇ, ਖੱਜਰਾਂ ਤਿਆਰ ਕਰਕੇ ਉਹਨਾਂ ਦੇ ਉੱਪਰ ਕੱਪੜਾ ਪਾ ਕੇ ਜਿਵੇਂ ਪੂਰੀ ਭੀੜ ਕਿਲੇ ਤੋਂ ਬਾਹਰ ਜਾ ਰਹੀ ਹੈ ਇਸ ਸ਼ਕਲ ਦੇ ਵਿੱਚ ਉਹਨਾਂ ਸਾਰਿਆਂ ਨੂੰ ਕਿਲੇ ਤੋਂ ਬਾਹਰ ਭੇਜਿਆ ਗਿਆ। ਪਹਾੜੀ ਰਾਜਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਿਲਾ ਛੱਡ ਕੇ ਆ ਰਹੇ ਨੇ ਤੇ ਇੱਕਦਮ ਟੁੱਟ ਕੇ ਉਹਨਾਂ ਗੱਡਿਆਂ ਦੇ ਉੱਪਰ ਉਹਨਾਂ ਨੇ ਹਮਲਾ ਕਰ ਦਿੱਤਾ। ਜਿਹੜੇ ਸਿੱਖ ਉਹਨਾਂ ਗੱਡਿਆਂ ਦੇ ਨਾਲ ਗਏ ਸਨ ਉਹ ਫਿਰ ਅਨੰਦਪੁਰ ਸਾਹਿਬ ਆਨੰਦਗੜ੍ਹ ਦੇ ਕਿਲੇ ਵਿੱਚ ਵੜ ਜਾਂਦੇ ਨੇ ਤੇ ਜਦੋਂ ਪਹਾੜੀ ਰਾਜਿਆਂ ਨੂੰ ਪਤਾ ਲੱਗਦਾ ਕਿ ਇਹਨਾਂ ਗੱਡੀਆਂ ਦੇ ਵਿੱਚ ਤਾਂ ਟੁੱਟਾ ਭੱਜਾ ਸਮਾਨ ਸੀ, ਉਹਨਾਂ ਨੂੰ ਫਿਰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਉਹ ਫਿਰ ਇੱਕ ਵਾਰ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਆ ਜਾਂਦੇ ਨੇ। ਉਸ ਤੋਂ ਬਾਅਦ ਸਮਾਂ ਹੋਰ ਲੰਘਦਾ ਹੈ। ਅਖੀਰ ਦੇ ਸਿੱਖਾਂ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਕਿਲਾ ਛੱਡ ਦਿੱਤਾ ਜਾਏ ਕਿਉਂਕਿ ਸਾਡੇ ਕੋਲ ਖਾਣ ਵਾਸਤੇ ਕੋਈ ਬਹੁਤਾ ਸਮਾਨ ਨਹੀਂ ਬਚਿਆ। ਤਾਂਦੇ ਪਾਉਣ ਵਾਸਤੇ ਕੱਪੜੇ ਵੀ ਨਹੀਂ, ਉੱਪਰੋਂ ਸਰਦੀ ਵੀ ਲੋੜੇ ਦੀ ਹੈ, ਉੱਪਰੋਂ ਸਰਦੀ ਨੇ ਪੂਰਾ ਆਪਣਾ ਕਹਿਰ ਆਇਆ ਹੋਇਆ ਹੈ। ਸਾਨੂੰ ਹੁਣ ਇਹ ਕਿਲਾ ਖਾਲੀ ਕਰ ਦੇਣਾ ਚਾਹੀਦਾ ਹੈ। ਪਹਾੜੀ ਰਾਜੇ ਕਹਿੰਦੇ ਨੇ ਇੱਕ ਵਾਰ ਕਿਲਾ ਖਾਲੀ ਕਰ ਲਓ, ਸਾਡੀ ਰਹਿ ਆ ਜਾਊਗੀ, ਅਸੀਂ ਲੋਕਾਂ ਦੇ ਉੱਤੇ ਮੂੰਹ ਵਿਖਾਉਣ ਜੋਗੇ ਹੋ ਜਾਵਾਂਗੇ। ਕਲਗੀਧਰ ਪਾਤਸ਼ਾਹ ਜੀ ਨੇ ਅੱਜ ਦੀ ਜਿਹੜੀ ਰਾਤ ਅਸੀਂ ਮੁਖਾਤਬ ਹੋ ਕੇ ਸਾਰੇ ਬੈਠੇ ਹਾਂ। ਅੱਜ ਦੀ ਰਾਤ ਕਲਗੀਧਰ ਪਾਤਸ਼ਾਹ ਜੀ ਨੇ ਉਸ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਲੀ ਕਰਨ ਬਾਰੇ ਆਪਣੇ ਸਿੱਖਾਂ ਦੇ ਨਾਲ ਵਿਚਾਰ ਕੀਤੀ ਤੇ ਇਤਿਹਾਸ ਦੱਸਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਦੀਆਂ ਉਹਨਾਂ ਗਲੀਆਂ ਦੇ ਵਿੱਚ ਅੱਜ ਦੀ ਰਾਤ ਝਕਰ ਲਾਉਂਦੇ ਨੇ ਤੇ ਆਲੇ ਦੁਆਲੇ ਬੜੇ ਗੌਰ ਦੇ ਨਾਲ ਤੱਕ ਰਹੇ ਨੇ। ਜਿਹੜਾ ਅਨੰਦਪੁਰ ਸ਼ਹਿਰ ਕਲਗੀਧਰ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਰੀਝ ਨਾਲ ਵਸਾਇਆ ਸੀ, ਜਿੱਥੇ ਰੌਣਕਾਂ ਲੱਗਦੀਆਂ ਸਨ, ਜਿੱਥੇ ਮਹੱਲੇ ਨਿਕਲਦੇ ਸਨ, ਜਿੱਥੇ ਅਨੰਦਪੁਰ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਬੱਚੇ ਖੇਡਦੇ ਸਨ, ਅੱਜ ਉਹ ਅਨੰਦਪੁਰ ਸ਼ਹਿਰ ਸਾਰਾ ਖਾਲੀ ਪਿਆ। ਅਨੰਦਪੁਰ ਦੀਆਂ ਕੰਧਾਂ ਵੀ ਹੋ ਰਹੀਆਂ ਨੇ ਕਿ ਅੱਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਦਾ ਵਾਸਤੇ ਅਨੰਦਪੁਰ ਨੂੰ ਛੱਡ ਕੇ ਚਲੇ ਜਾਣਾ। ਸਾਰਾ ਸ਼ਹਿਰ ਖਾਲੀ ਪਿਆ। ਸਿੱਖ ਉਹਨਾਂ ਦੇ ਨਾਲ ਨੇ ਬੜਾ ਔਖਾ ਸਮਾਂ, ਬੜਾ ਬੇਹੂ ਸਮਾਂ ਹੈ। ਅਨੰਦਪੁਰ ਸਾਹਿਬ ਜਦੋਂ ਤੁਸੀਂ ਜਾਓ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਬਣਿਆ ਸੀਸ ਗੰਜ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ। ਭਾਈ ਜੈਦਾ ਜੀ ਦਿੱਲੀ ਤੋਂ ਸੀਸ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਸਨ। ਕਲਗੀਆਂ ਵਾਲੇ ਪਾਤਸ਼ਾਹ ਉਸ ਸਥਾਨ ਤੇ ਜਾਂਦੇ ਨੇ, ਆਪਣੇ ਪਿਤਾ ਦੇ ਅੱਗੇ ਨਮਸਕਾਰ ਕੀਤੀ ਜਾਂਦੀ ਹੈ, ਅਰਜ਼ੋਈ ਕੀਤੀ ਜਾਂਦੀ ਹੈ। ਉਸ ਸਥਾਨ ਤੇ ਜਾ ਕੇ ਮਹਾਰਾਜ ਅਰਦਾਸ ਕਰਦੇ ਨੇ ਅੱਜ ਤੋਂ ਬਾਅਦ ਮੈਂ ਅਨੰਦਪੁਰ ਸ਼ਹਿਰ ਨੂੰ ਛੱਡ ਕੇ ਸਦਾ ਵਾਸਤੇ ਤੁਰ ਜਾਣਾ ਹੈ। ਅੱਜ ਦੀ ਰਾਤ ਉਹ ਰਾਤ ਸੀ ਜਿਸ ਦਿਨ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਕਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਸ ਪਰਤ ਕੇ ਨਹੀਂ ਆਏ। ਅੱਜ ਅਸੀਂ ਉਸ ਰਾਤ ਨੂੰ ਮੱਤ ਹੋ ਕੇ ਬੈਠੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉੱਚੀ ਆਵਾਜ਼ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਹੁਕਮ ਮਾਰਦੇ ਨੇ, ਆਖਿਆ ਸਾਡੇ ਜਾਣ ਤੋਂ ਬਾਅਦ ਜਿਹੜਾ ਮੇਰੇ ਗੁਰੂ ਪਿਤਾ ਦਾ ਅਸਥਾਨ ਹੈ ਸੀਸ ਗੰਜ, ਇਹਦੀ ਸੇਵਾ ਸੰਭਾਲ ਅੱਜ ਤੋਂ ਬਾਅਦ ਕੌਣ ਕਰੇਗਾ? ਵੈਸੇ ਇੱਕ ਬੇਨਤੀ ਤੇ ਮੈਂ ਛੋਟੀ ਜਿਹੀ ਹੋਰ ਕਰਦਾ, ਥੋੜੀ ਜਿਹੀ ਵਿਸ਼ੇ ਤੋਂ ਪੜ੍ਹ ਕੇ ਹੈ। ਗੰਜ ਦਾ ਮਤਲਬ ਹੁੰਦਾ ਹੈ ਖਜ਼ਾਨਾ, ਸੀਸ ਦਾ ਮਤਲਬ ਹੁੰਦਾ ਹੈ ਸਿਰ। ਜਿੱਥੇ ਸ਼ਹੀਦਾਂ ਦੇ ਸਿਰਾਂ ਦਾ ਖਜ਼ਾਨਾ ਲੱਗਿਆ ਹੋਵੇ ਉਹਨੂੰ ਕਿਹਾ ਜਾਂਦਾ ਹੈ ਸੀਸ ਗੰਜ। ਜੇ ਗੁਰੂ ਨੇ ਸੀਸ ਗੰਜ ਉਸਾਰੇ ਨੇ, ਜੇ ਗੁਰੂ ਨੇ ਰਕਾਬਦਾਰ ਉਸਾਰੇ ਨੇ, ਤੇ ਗੁਰੂ ਕੇ ਸਿੱਖ ਵੀ ਇਸ ਮੋਲ ਤੋਂ ਕਦੇ ਪਿੱਛੇ ਨਹੀਂ ਹਟੇ। ਗੁਰੂ ਕੇ ਸਿੱਖਾਂ ਨੇ ਸ਼ਹੀਦ ਗੰਜ ਉਸਾਰ ਕੇ ਦੁਨੀਆ ਦੇ ਸਾਹਮਣੇ ਬੜਾ ਵੱਡਾ ਪੂਰਨਾ ਪਾਇਆ। ਲਾਹੌਰ ਦੀ ਧਰਤੀ ਤੇ ਜਾਓ, ਗੁਰਦੁਆਰਾ ਸਿੰਘ ਦਾ ਸ਼ਹੀਦ ਗੰਜ ਬਣਿਆ ਹੋਇਆ ਹੈ। ਜੇ ਇੱਕ ਗੁਰੂ ਸ਼ਹੀਦ ਹੁੰਦਾ ਹੈ ਤੇ ਉਹਦੇ ਵਾਸਤੇ ਅੱਗੇ ਆਉਣ ਵਾਲੇ ਹਜ਼ਾਰਾਂ ਹੀ ਸਿੱਖ ਸ਼ਹੀਦਾਂ ਦੀ ਕਤਾਰ ਦੇ ਵਿੱਚ ਖੜੇ ਹੋ ਜਾਂਦੇ। ਇਹ ਸਿੱਖਾਂ ਦਾ ਇਤਿਹਾਸ ਰਿਹਾ ਹੈ। ਜੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਮਾਝੇ ਦੇ ਪਿੰਡਾਂ ਵਿੱਚੋਂ ਲੱਖਾਂ ਹੀ ਨੌਜਵਾਨ ਖੜੇ ਹੋ ਜਾਂਦੇ ਨੇ। ਪਾਤਸ਼ਾਹ
ਤੁਹਾਡੇ ਤੋਂ ਪਹਿਲਾਂ ਅਸੀਂ ਮੈਦਾਨੀ ਜੰਗ ਦੇ ਵਿੱਚ ਲੜ ਕੇ ਸ਼ਹੀਦੀ ਦਾ ਜੰਗ ਪੀਵਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਵਾਜ਼ ਲਗਾਉਂਦੇ ਨੇ, ਕਿਹੜਾ ਸਿੱਖ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਸਥਾਨ ਦੀ ਸੇਵਾ ਕਰੇਗਾ। ਇੱਕ ਉਦਾਸੀ ਸਿੱਖ ਉੱਠਦਾ ਹੈ ਜਿਹਦਾ ਨਾਮ ਇਤਿਹਾਸ ਵਿੱਚ ਆਉਂਦਾ ਗੁਰਬਖਸ਼ ਦਾਸ। ਉਦਾਸੀ ਸਿੱਖ ਸੀ, ਖੰਡੇ ਬਾਟ ਦੀ ਕੌਮ ਨਹੀਂ ਸੀ। ਗੁਰਬਖਸ਼ ਦਾਸ ਉਸ ਸਿੱਖ ਦਾ ਨਾਮ ਇਤਿਹਾਸ ਵਿੱਚ ਮਿਲਦਾ ਹੈ। ਉੱਚੀ ਆਵਾਜ਼ ਕਰਕੇ ਕਹਿਣ ਲੱਗਾ, ਮਹਾਰਾਜ ਇਸ ਅਨੰਦਪੁਰ ਸਾਹਿਬ ਦੇ ਕਿਲੇ ਦੀ ਸੇਵਾ ਅੱਜ ਤੋਂ ਬਾਅਦ ਮੈਂ ਕਰਾਂਗਾ, ਤੁਹਾਡੇ ਗੁਰੂ ਪਿਤਾ ਜੀ ਦੇ ਸਥਾਨ ਤੇ ਮੈਂ ਰਹਾਂਗਾ। ਪਰ ਮੈਂ ਇੱਕ ਤੁਹਾਡੇ ਅੱਗੇ ਤਰਲਾ ਕਰਨਾ, ਮੇਰੀ ਬੇਨਤੀ ਹੈ ਤੁਹਾਡੇ ਅੱਗੇ, ਮੈਨੂੰ ਇਸ ਧਰਤੀ ਤੇ ਇਸ ਥਾਂ ਤੇ ਕੋਈ ਨਹੀਂ ਜਾਣਦਾ। ਹੁਣ ਤੁਸੀਂ ਵੀ ਸਾਰਿਆਂ ਨੇ ਇਸ ਥਾਂ ਨੂੰ ਛੱਡ ਕੇ ਚਲੇ ਜਾਣਾ, ਮੈਂ ਤੁਹਾਡੇ ਤੋਂ ਬਾਅਦ ਕਿੱਦਾਂ ਰਹਾਂਗਾ? ਮੈਂ ਕਿਹਦੇ ਆਸਰੇ ਆਪਣਾ ਜੀਵਨ ਬਤੀਤ ਕਰਾਂਗਾ? ਮੇਰੇ ਕੋਲ ਤਾਂ ਖਾਣ ਵਾਸਤੇ ਨਹੀਂ ਕੁਝ ਨਹੀਂ, ਰਹਿਣ ਵਾਸਤੇ ਕੁਝ ਨਹੀਂ, ਪਾਉਣ ਵਾਸਤੇ ਕੁਝ ਨਹੀਂ। ਮੈਂ ਤੁਹਾਡੇ ਸਿੱਖਾਂ ਤੋਂ ਬਿਨਾਂ, ਗੁਰੂ ਜੀ ਤੁਹਾਡੇ ਤੋਂ ਬਿਨਾਂ ਕਿੱਦਾਂ ਰਹਾਂਗਾ ਇਸ ਧਰਤੀ ਤੇ? ਤੇ ਕਲਗੀਆਂ ਵਾਲੇ ਬਾਦਸ਼ਾਹ ਨੇ ਉਸ ਗੁਰਬਖਸ਼ ਉਦਾਸੀ ਨੂੰ ਆਪਣੇ ਸੀਨੇ ਦੇ ਨਾਲ ਲਾਇਆ, ਆਖਿਆ ਅੱਜ ਤੋਂ ਬਾਅਦ ਮੇਰੇ ਦਰਸ਼ਨ ਕਰਨੇ ਹੋਣਗੇ, ਕੋਈ ਵੀ ਸਾਧ ਸੰਤ ਸਿਰ ਤੇਰੇ ਅੱਗੇ ਆ ਜਾਵੇ ਉਹਦੇ ਵਿੱਚੋਂ ਤੂੰ ਮੇਰੇ ਦਰਸ਼ਨ ਕਰ ਸਕਦਾ ਹੈ। ਜਿਹਨੂੰ ਅਸੀਂ ਇਤਿਹਾਸ ਦੇ ਮੁੱਲਾਂ ਵਿੱਚੋਂ ਇਸ ਤਰੀਕੇ ਨਾਲ ਵੀ ਪੜ੍ਹਦੇ ਹਾਂ, ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ, ਤੂੰ ਖਾਲਸਾ ਪੰਥ ਵਿੱਚ ਮੇਰੇ ਦਰਸ਼ਨ ਕਰੇਗਾ। ਇੱਕ ਗੱਡਾ ਸਤਿਗੁਰੂ ਜੀ ਨੇ ਉਸ ਗੁਰਬਖਸ਼ ਦਾਸ ਉਦਾਸੀ ਨੂੰ ਦਿੱਤਾ। ਉਹਨੂੰ ਉਦਾਸੀ ਨੂੰ ਇੱਕ ਗੱਡਾ ਦੇ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਦੇ ਸਮੇਤ ਅੱਜ ਦੀ ਇਸ ਰਾਤ ਨੂੰ 3 ਜਥਿਆਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਸਾਰੀ ਪੈਦਲ ਨੂੰ ਵੰਡਿਆ ਜਾਂਦਾ ਹੈ। ਇੱਕ ਜਥੇ ਦੇ ਵਿੱਚ ਭਾਈ ਮਨੀ ਸਿੰਘ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ, ਮਾਤਾ ਜੀਤੋ ਜੀ। ਦੂਜੇ ਜਥੇ ਦੇ ਵਿੱਚ ਬਜ਼ੁਰਗ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਕਮਾਂਡ ਸਾਹਿਬਜ਼ਾਦਾ ਅਜੀਤ ਸਿੰਘ ਦੇ ਕੋਲ ਸੀ। ਅਤੇ ਅਗਲੇ ਜਥੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਤੇ ਉਹਨਾਂ ਦੇ ਨਾਲ ਭਾਈ ਉਦੈ ਸਿੰਘ। ਜਦੋਂ ਅੱਜ ਦੀ ਰਾਤ ਸਾਰੇ ਸਿੱਖਾਂ ਨੇ ਇਸ ਗੱਲ ਤੇ ਵਿਚਾਰ ਕੀਤੀ ਤੇ ਵਿਚਾਰ ਕਰਨ ਤੋਂ ਬਾਅਦ ਸਤਿਗੁਰੂ ਨੇ ਅੱਜ ਦੀ ਰਾਤ ਅਨੰਦਪੁਰ ਸਾਹਿਬ ਦੇ ਕਿਲੇ ਛੱਡਣ ਦਾ ਫੈਸਲਾ ਕੀਤਾ। ਰਾਤ ਦਾ ਜਦੋਂ 12 ਦਾ ਪਹਿਰ ਵੱਜਦਾ ਹੈ, ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਸਮੇਤ ਆਨੰਦਗੜ੍ਹ ਦੇ ਕਿਲੇ ਦੇ ਵਿੱਚੋਂ ਆਪਣੇ ਪੂਰੇ ਜਥੇ ਨੂੰ ਰਵਾਨਾ ਕੀਤਾ ਤੇ ਸਾਰਿਆਂ ਨੂੰ ਇਸ਼ਾਰਾ ਕੀਤਾ, ਤੁਸੀਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਾਣਾ ਹੈ। ਕੀਰਤਪੁਰ ਸਾਹਿਬ ਦੀ ਧਰਤੀ ਵਾਲੇ ਪਾਸੇ ਨੂੰ ਸਾਰੀ ਜਿਹੜੀ ਵਹੀਰ ਹੈ ਉਹ ਚੱਲ ਪੈਂਦੀ ਹੈ ਤੇ ਵਹੀਰ ਦੇ ਨਾਲ ਨਾਲ ਸਾਰੇ ਸਿੱਖ ਵੀ ਆਪੋ ਆਪਣੇ ਜਥਿਆਂ ਦੇ ਵਿੱਚ ਤੁਰ ਪੈਂਦੇ ਨੇ, ਕਿਉਂਕਿ ਰਾਤ ਦਾ ਸਮਾਂ ਸੀ। ਪਹਾੜੀ ਰਾਜੇ ਤੇ ਜਿਹੜੀਆਂ ਫੌਜਾਂ ਨੇ ਘੇਰਾ ਪਾਇਆ ਸੀ ਉਹ ਵੀ ਸੁਣਦੇ ਹੋਏ ਸਨ, ਕੁਝ ਵੀ ਸਿਪਾਹੀ ਜਾਗਦੇ ਸਨ। ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਵੀ ਕਲਗੀਧਰ ਪਾਤਸ਼ਾਹ ਜੀ ਦੇ ਮਗਰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਵੱਲ ਜਿਹੜੇ ਨੇ ਉਹ ਚੱਲ ਪੈਂਦੇ ਨੇ। ਜਿਹੜੀ ਅੱਜ ਦੀ ਰਾਤ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਨੰਦਗੜ੍ਹ ਦੇ ਕਿਲੇ ਨੂੰ ਛੱਡ ਕੇ, ਉਸ ਆਨੰਦਾਂ ਦੀ ਮੂਲ ਨੂੰ ਛੱਡ ਕੇ ਸਦਾ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰ ਜਾਂਦੇ ਨੇ। ਲਗਭਗ 4 ਸਾਲ ਦੇ ਕਰੀਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਜੀਵਨ ਬੰਦ ਅਨੰਦਪੁਰ ਨੂੰ ਛੱਡਣ ਤੋਂ ਬਾਅਦ ਬਤੀਤ ਕਰਦੇ ਨੇ। ਪਰ ਉਹ ਦਿਨ ਨਹੀਂ ਆਇਆ ਉਸ ਤੋਂ ਬਾਅਦ ਜਦੋਂ ਕਲਗੀਧਰ ਪਾਤਸ਼ਾਹ ਉਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ ਕੇ ਆਪਣੇ ਸਾਹਿਬਜ਼ਾਦਿਆਂ ਦੇ ਉਹਨਾਂ ਕੋਤਕਾਂ ਨੂੰ ਵੇਖ ਸਕਣ, ਆਪਣੇ ਸਿੱਖਾਂ ਦੇ ਉਹਨਾਂ ਮੁਹੱਲਿਆਂ ਨੂੰ ਵੇਖ ਸਕਣ, ਅਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਉਹ ਕੋਤਕ ਫਿਰ ਤੋਂ ਵੇਖ ਸਕਣ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲਾਂ ਰਹਿੰਦੇ ਸਨ। ਉਹ ਸਮਾਂ ਉਸ ਤੋਂ ਬਾਅਦ ਵਾਪਸ ਨਹੀਂ ਪਰਤਿਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲ ਕੇ ਸਰਸਾ ਨਦੀ ਤੇ ਪਹੁੰਚਦੇ ਨੇ। ਪਹਾੜੀ ਫੌਜਾਂ ਅਹਿਸਾਨ ਫਰਾਮੋਸ਼ ਹੋ ਕੇ ਪਿੱਛੋਂ ਹਮਲਾ ਕਰਦੀਆਂ ਨੇ ਤੇ ਹਮਲਾ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਪਰਿਵਾਰ ਅੱਗੋਂ 3 ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਉਹ 3 ਹਿੱਸਿਆਂ ਵਿੱਚ ਗੁਰੂ ਸਾਹਿਬ ਜੀ ਦਾ ਪਰਿਵਾਰ ਕਿੱਥੇ ਤੱਕ ਜਾਂਦਾ ਹੈ, ਇਸ ਗੱਲ ਦੀ ਵਿਚਾਰ ਅਸੀਂ ਕੱਲ੍ਹ ਦੇ ਦਿਮਾਗ ਵਿੱਚ ਜਿਹੜੀ ਹੈ ਸ਼ੁਰੂ ਕਰਾਂਗੇ। ਅੱਜ ਸਿਰਫ ਅਸੀਂ ਇਤਿਹਾਸ ਦੀ ਇਸ ਲੜੀ ਤੱਕ ਪਹੁੰਚੇ ਹਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਕਦੀ ਉਸ ਸਾਰੇ ਸੀਨ ਨੂੰ ਆਪਣੇ ਪਿੰਡੇ 'ਚ ਮਹਿਸੂਸ ਕਰਕੇ ਵੇਖਿਓ ਕਿ ਕਿੱਦਾਂ ਦਾ ਉਹ ਭਿਆਨਕ ਵਕਤ, ਕਿੱਦਾਂ ਦਾ ਉਹ ਭਿਆਨਕ ਦੌਰ, ਕਿੱਦਾਂ ਦਾ ਉਹ ਭਿਆਨਕ ਸਮਾਂ ਹੋਏਗਾ ਜਿਨ੍ਹਾਂ ਸਮਿਆਂ ਦੇ ਵਿੱਚ ਮਹਾਰਾਜ ਨੇ ਅਨੰਦਪੁਰ ਨੂੰ ਛੱਡਿਆ ਹੋਏਗਾ। ਦੁਨੀਆ ਦੇ ਲੋਕ ਜਾਂਦੇ ਨੇ ਆਪਣੇ ਘਰ ਨੂੰ ਛੱਡ ਕੇ ਕੁਝ ਕਮਾਉਣ ਵਾਸਤੇ ਤੇ ਆਸ ਹੁੰਦੀ ਹੈ ਮੈਂ ਕਮਾ ਕੇ 4 ਪੈਸੇ ਇਕੱਠੇ ਕਰਕੇ ਆਪਣੇ ਘਰ ਵਾਪਸ ਆਵਾਂਗਾ। ਤੁਸੀਂ ਆਪਣੇ ਘਰ ਨੂੰ ਛੱਡ ਕੇ ਅੱਜ ਇੱਥੋਂ ਤੱਕ ਆਏ ਹੋ, ਤੁਹਾਨੂੰ ਆਸ ਹੈ ਅਸੀਂ ਗੁਰਦੁਆਰੇ ਤੋਂ ਆਪਣੇ ਘਰ ਚਲੇ ਜਾਣਾ ਹੈ। ਪਰ ਅੱਜ ਦੀ ਰਾਤ ਕਲਗੀਧਰ
नहीं बख्शिया जाना। साध संगत ये सारा कुछ उन्होंने खालसा पंथ वास्ते साढ़े वास्ते कीता सी। जरा कि इस दर्द को असीं अपने पिंडे ते महसूस करन दा यतन करिए। जे असीं सच्ची उन्होंने इस सफर दे विच शामिल होना चाहुंदे हां ते मैं इको बेनती तुहाडे सारिਆਂ दे अगे करांगा कि असीं उन्हां दे इतिहास नूं पढ़ीए, अपने बच्चों नूं दसीए, अपने बच्चों के विचों उन्हां दे साहिबजादियां वर्गा स्वरूप वेखण दी कोशिश करिए जिहड़ा कलगीधर पातशाह सच्ची साडे विचों देखना चाहुंदे सन। तां ही साडे बनाए होए ये जिहड़े दिन ने ये सफल हो सकणगे। सो आप सरबत संगत दा तहे दिलों धन्नवाद जिन्हां ने कीमती समय विच समां कढ के गुरु दरबार विच हाਜ਼ਰ करना ने। अज दी रात उस सारे शहीद को अपने पिंडे तो खिडायो। सोचियो उस समय किन्ना हालातां विच कलगीधर पातशाह माता गुजर कौर अपने बुढ़े हड्डां दे नाल ठाकी हुई ठंड दे विच सरसा नदी दे ठंडे पानी विच ताड़ियां लाउने होणगे। छोटे साहिबजादे निक्कियां निक्कियां उमरां दे विच किस तरीके नाल उन्हां विखम भरे औखे पैंडिਆਂ दे विचों अपना बांध तय करदे होणगे। इन्हां चीज़ां नूं महसूस करके वेखियो। आप सरबत संगत दा धन्नवाद जिन्हां ने कीमती समय विच समां कढ के गुरु दरबार विच हाਜ਼ਰੀਆਂ करना ने। रहिंदी इतिहास की विचार असीं कल दे दीवान विच श्रवण करदा करांगे। आप सरबत संगत नूं बेनती है समय सिर आण के गुरु दरबार विच हाਜ਼ਰੀਆਂ भर के खेजल करने की कोशिश करांगे। जिन्ना समा अपने को बनता है, जिन्नी के इतिहास की विचार गुरु साहब जी ने माता ते बुद्ध बख्शी है उस मुताबिक असीं इतिहास की लड़ी नाल नाल जिहड़ा है वो तोड़ते रखना जरूर करांगे। आप सरबत संगत दा धन्नवाद। रिटान हो शुकराना धन श्री गुरु ग्रंथ साहिब सच्चे पातशाह महाराज जी की बाणी का होइयां भुल्लां चुकां दी खिमा वडियाई गुरु दी पंथ विच बुलाओ फतेह करके आखो जी वाहिगुरू जी का खालसा वाहिगुरू जी की फतेह। रामकली महला तीजा आनंद एक ओंकार सत गुर प्रसाद आनंद पया मेरी माए सतगुरु मैं सतगुर ता पाया सह सिद्धि मन राग तन परवार पईया शब्द गावण शब्दो तगावो हरि तेरा मन जिनी वसाया
ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਸੁਣਦੇ ਪੁਨੀਤ ਰਹਿੰਦੇ ਪਵਿੱਤ ਸਤਿਗੁਰ ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਧੂਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਦਿਆ ਕੇ ਅਰਦਾਸ। ਕਹਿਤ ਨਾਨਕ ਕਾਗ ਤੇਰੀ ਵਡਿਆਈ, ਕੋਈ ਨਾਮ ਨ ਜਾਣੈ ਮੇਰਾ। ਇਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ, ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਦਸਵਿਥੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ। ਘਰ ਨੌ ਨਿਤ ਆਵੈ ਧਾਏ, ਸਭ ਥਾਈ ਹੋਏ ਸਹਾਈ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਕੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਆਇਤ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਬਾਣੀ ਗੁਰੂ ਹੈ। ਸ਼ਲੋਕ ਦੇ ਅੰਧਾਰੀ ਅੰਧ, ਸੁਣੀ ਨਾਮ ਵਿਹੂੜੀਆਂ, ਨਾਨਕ ਸਬਦ ਨਾਮੋ ਜੈ ਘਟ ਉਠਾ ਸਚ ਧਣੀ। ਸ਼ੰਤ ਤਿਨ ਖਨੀਏ ਭਈਆ, ਜਿਨ ਮੇਰਾ ਹਰ ਪ੍ਰਭ ਡੀਠਾ ਰਾਮ। ਜਨ ਚਾਖ ਅਗਾਣੇ ਹਰ ਹਰ ਅੰਮ੍ਰਿਤ ਮੀਠਾ ਰਾਮ। ਹਰ ਮਨੈ ਮੀਠਾ ਪ੍ਰਭੂ ਤੁਠਾ, ਅਮਿਓ ਉਠਾ ਸੁਖ ਭਏ। ਦੁਖ ਨਾਸ਼ ਭਰਮ ਵਿਨਾਸ਼ ਤਨ ਤੇ, ਜਪ ਜਗਦੀਸ਼ ਈਸ਼
ईशै जय जय। मोह रहित विकार थाके, पंच ते संग टूटा। कहो नानक तिन खनिए बन्या, जिन घट मेरा हर प्रभ उठा। मोह रहित विकार थाके, पंच ते संग टूटा। कहो नानक तिन खनिए बन्या, जिन घट मेरा हर प्रभ उठा। वाहिगुरू जी का खालसा, वाहिगुरू जी की फतेह। एक ओंकार सतनाम करता पुरख निर्भउ निर्वैर, अकाल मूरत अजूनी सैभं गुर प्रसाद। एक ओंकार सतनाम करता पुरख निर्भउ निर्वैर, अकाल मूरत अजूनी सैभं गुर प्रसाद। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਹਾਜ਼ਰੀਆਂ ਭਰੀਆਂ ਨੇ। ਇਸੇ ਤਰ੍ਹਾਂ ਆਪਾਂ ਨੇ ਇੱਕ ਹਫ਼ਤਾ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰਨੀ ਹੈ। ਬੇਨਤੀ ਹੈ ਸਾਰੀ ਸੰਗਤ ਨੂੰ ਕਿ ਕਥਾ ਵਿਚਾਰ ਦਾ ਸਮਾਂ ਸਹੀ ਸਮਾਂ 7:30 ਹੈ, ਜਦ ਕਿ 6:15 ਗੁਰਬਾਣੀ ਦੇ ਪਾਵਨ ਕੀਰਤਨ ਦੀ ਆਰੰਭਤਾ ਹੋ ਜਾਂਦੀ ਹੈ। ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ ਸਮੇਂ ਸਿਰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰਨੀ ਜੀ। ਦੂਸਰੀ ਬੇਨਤੀ, ਜੋ ਰੋਜ਼ਾਨਾ ਸਵੇਰੇ ਸੰਗਤਾਂ ਸੰਗਤੀ ਰੂਪ ਦੇ ਵਿੱਚ ਨਿਤਨੇਮ ਕਰਦੀਆਂ ਨੇ, ਗੁਰਮਤਿ ਕਲਾਸ ਦੇ ਛੋਟੇ ਛੋਟੇ ਬੱਚੇ ਜਿਹੜੇ ਹੈ ਉਹ ਵੀ ਸਮੇਂ ਸਿਰ ਗੁਰਦੁਆਰਾ ਸਾਹਿਬ ਪਹੁੰਚ ਜਾਂਦੇ ਨੇ। ਸੋ ਸਾਨੂੰ ਤਾਂ ਕੋਈ ਔਖਿਆਈ ਨਹੀਂ ਹੋਣੀ ਚਾਹੀਦੀ, ਜੇ ਬੱਚੇ ਆ ਸਕਦੇ ਹੈ ਤੇ ਅਸੀਂ ਵੀ ਆ ਸਕਦੇ ਹਾਂ। ਸੋ ਜਿਹੜੇ ਅਜੇ ਤੱਕ ਸਵੇਰ ਦੇ ਸਮੇਂ ਨਹੀਂ ਆ ਰਹੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਸਮੇਂ ਸਿਰ ਸਵੇਰੇ 5 ਵਜੇ ਨਿਤਨੇਮ ਦੀ ਆਰੰਭਤਾ ਹੁੰਦੀ ਹੈ, ਸਮੇਂ ਸਿਰ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राग गौड़ी दीप की महला पहला। एक ओंकार सतगुर प्रसाद, जयकार कीरत आखिए फतेहा होए विचारो। इत कर गावो सोहिला, सिरो सिरजनहारो। गावो मेरे निर्भौ का सोहिला, हमारी जित सोहिले। सदा सुख होए रहाओ, नित नित जेड़े समाजिया। देखेगा देवनहार, तेरे लाने कीमत न पवे। ताते कवन शुमार, संबत साहा लिखिया। कर पावो तेल, देव सज्जन सिसड़िया। होवे साहित्यो मेल, कर करे हो पहुंचा। संदे नित पवन, सज्जनहारा सिमरिया। नानक से दे आवन, राग आसा महला पहला।
चौथा काम क्रोध गर्व करिया मैं चारू कंडल खंडा है लिखे छुपाया मन मंडल बड़ा है कर साधु अंजलि गुण बड़ा है करन और गुण बड़ा है हाओ साखत हादस साध न जाड़िया निरंतर हो में कंडा है जो चले चुबे दुख पावे संताल सह से डंडा है जिन हर हर नाम सुनाने दुख जन्म मरण पाप खंडा है नासी कपाया परदेस दो सोप खंड ब्रह्मंडा है बस की प्रभ तेरे हर रात रात बड़ बड़ा है मालिक नाम आधार एक है हर नाम में ईश्वर मंडा है आप गौड़ी पूर्वी पहला पंचवा करो विनंती सुनो मेरे मिलता संत टैक्सी पेगा ना काट चलो हर लाहा आगे बसंत सवेला कटे दिन सरैना रे मन गुण बिलकार सवारे रहाओ ये संसार विकार संशय में करियो ब्रह्म ज्ञानी से जुगाए पियावे रस अकाल कथा दिन जानी जाको आए सोई बेहाजो हर घुटे मने बसेरा घर महल पावो सुख सहजे गौर न होए को फेरा अंदर जागी हुई पुरख बिराते सरदा मन की पूरे नानक दास रह सुख मांगे मोको कर संतन की दूरे अंतर जामी पुरख बिराते सरदा मन की पूरे नानक दास रह सुख मांगे मोको कर संतन की दूरे वाहिगुरु जी का खालसा वाहिगुरु जी की फतेह तुझ आज्ञा अरदास हमारी जीवन सागो तेरा नानक कोई नाम ना जाने मेरा। एक ओंकार वाहिगुरु जी की फतेह। श्री भगवती जी सहाय वासी भगवती जी की पातशाही दसवीं। प्रथम भगवती सिमरत गुरु नानक नहीं त्यारे तिरंगत बोले अमरदास रामदास हुए सहाय भजे हर गोविंद नो सिमरो श्री हर राय श्री हर कृष्ण ध्याइया जिस सब लुक जाए तेग बहादुर सिमरिया कर नौने दावे तारे सब खाई हुए सहाय। दसवां पातशाह श्री गुरु गोबिंद सिंह साहिब जी सब खाई हुए सहाय। दसां पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी हे निमाणियां दे मान निताणियां दे तान निवटियां दी ओर सच्चे पिता वाहिगुरु धन धन साहिब श्री गुरु ग्रंथ साहिब जी महाराज सतगुरु जी आप जी की कृपा कीती अमृत वेले तो संगतां नूं दर्शन दिदारे दे के निहाल कीता। इस वेले आप जी दे हजूर सोहिला बाणी दे जाप होए सुखासन दी सेवा कीती गई। आप जी सुखासन स्थानां ते विराजमान होवो कृपा करनी अमृत वेले संगतां नूं दर्शन दिदारे दे के निहाल करना। अखर वाधा घाटा भुल चुक मुआफ करनी सरबत के कारज रास करनी सही प्यारे वेल जिना मिलिया तेरा नाम चेते आवे नानक नाम चढ़ी आवे पानी सरबत वाहिगुरु जी का खालसा बोले सो निहाल।
ਜਿਥੈ ਜਾਏ ਪਰ